ਆਪਣਾ ਗੰਨਾ ਲੈ ਕੇ ਆਉਂਦਾ ਉਹ ਸਾਡੇ ਕੋਲ ਟਰਾਲੀ ਦੇ ਟੈਂਪੂ ਤੇ ਜਾਂ ਜਿੱਦਾਂ ਵੀ ਰਾਈਟ ਉਹ ਲਿਆਊਗਾ। ਅਸੀਂ ਉਹਦਾ ਗੰਨਾ ਧੋ ਕੇ ਗੰਨੇ ਦਾ ਜੂਸ ਕੱਢ ਕੇ ਹੁਣ ਦੂਜਾ ਅਸੀਂ ਪੈਟਰਨ ਕਰਾਇਆ ਹੈ ਰਜਿਸਟਰ ਇਹ ਯੂਨਿਟ ਉਹ ਸਾਨੂੰ ਆਪਣੀਆਂ ਬੋਤਲਾਂ ਦੇ ਉੱਤੇ ਲੇਬਲ ਲੱਗਿਆ ਦੇ ਦੇਗਾ ਕਿਸਾਨ। ਅਸੀਂ ਉਹ ਗੰਨੇ ਦਾ ਜੂਸ ਕੱਢ ਕੇ ਢੱਕਣ ਲਾ ਕੇ ਬੰਦ ਕਰਕੇ ਪੈਕ ਕਰਕੇ ਡਾਲੇ 'ਚ ਪਾ ਕੇ ਈਵਨ ਗੱਤੇ ਦੀ ਪੈਕ ਕਰਕੇ ਉੱਤੇ ਲਗਾ ਕੇ ਉਹਨੂੰ ਦੇ ਦਾਂਗੇ। ਹੁਣ ਉਹ ਕਿਸਾਨ ਉਹ ਗੰਨੇ ਨੂੰ ਜਿਸ ਰੇਟ ਤੇ ਵੇਚਣਾ ਉਹ ਆਪੇ ਵੇਚਣਾ, ਜਿੱਥੇ ਇੰਡੀਆ 'ਚ ਵੇਚਣਾ ਜਾਂ ਐਕਸਪੋਰਟ ਕਰਨਾ ਉਹਨੇ ਵੇਚਣਾ, ਠੀਕ ਹੈ ਜੀ। ਔਰ ਇਹਦੇ ਬਹੁਤ ਨੋਮੀਨਲ ਚਾਰਜਿਸ ਆਦਿ। ਦੂਜੇ ਆਦੇ ਕਿ ਲੇਡੀ ਦਾ ਫੋਨ ਆਉਂਦਾ ਜੀ ਮੇਰੇ ਕੋਲ ਟਮਾਟਰ ਪਏ ਆ, ਉਹ ਟਮਾਟਰ ਸਾਡੇ ਕੋਲ ਦੇ ਦੇਗੀ, ਉਹਨੂੰ ਧੁੱਲ ਕੇ ਕੱਟ ਕੇ ਪੀਸ ਕੇ ਉਹਦੀ ਪਿਊਰੀ ਬਣਾ ਕੇ ਡੱਬਿਆਂ ਦੇ ਵਿੱਚ ਜਿਵੇਂ ਆਉਂਦਾ ਮਾਰਕੀਟ ਜਾਂਦਾ ਉਹ ਅਸੀਂ ਉਹਦੇ ਡੱਬਿਆਂ ਦੇ ਜਿਹੜੇ ਚਾਹੀਦੇ ਆ ਉਹਦੇ ਬ੍ਰਾਂਡ ਦੇ ਵਿੱਚ ਉਹਨੂੰ ਦੇ ਦਾਂਗੇ। ਉਹ ਸੇਲ ਕਰੇ ਲੈ ਜੇ ਬਹੁਤ ਨੋਮੀਨਲ ਚਾਰਜਿਸ। ਕਿਸੇ ਨੇ ਪਾਪੜ ਬਣਾਉਣੇ, ਕਿਸੇ ਨੇ ਅਚਾਰ ਬਣਾਉਣਾ, ਕਿਸੇ ਨੇ ਸਕੈਸ਼ ਬਣਾਉਣੀ ਹੈ, ਕਿਸੇ ਨੇ ਪਿਊਰੀਜ਼ ਬਣਾਉਣੀ ਹੈ ਲਸਣ ਦੀਆਂ, ਮਤਲਬ ਐਵਰੀਥਿੰਗ ਸਾਰਾ ਕੁਝ ਰੈਡੀਮੇਡ। ਨਾ ਲੈਂਡ ਆਪਣੀ, ਨਾ ਬਿਲਡਿੰਗ ਆਪਣੀ, ਨਾ ਮਸ਼ੀਨਰੀ ਆਪਣੀ, ਆਪਣਾ ਕੀ ਸਿਰਫ ਮੈਦਾ ਆਟਾ ਜਾਂ ਜੋ ਵੀ ਮਤਲਬ ਹੈਗੀਆਂ ਜੋ ਚੀਜ਼ਾਂ ਬਣਾਉਣੀਆਂ। ਪਰ ਉਹ ਮੈਂ ਦੱਸਣਾ ਕਿ ਮੈਨੂੰ ਚਾਹੀਦਾ ਕੀ ਕੇਕ ਬਣਾਉਣਾ ਜਾਂ ਵਾਟ ਐਵਰ ਇਟ ਇਜ਼। ਔਰ ਇੰਨੇ ਨੋਮੀਨਲ ਚਾਰਜਿਸ ਤੇ ਕਿ ਕਿਉਂਕਿ ਸਰਕਾਰ ਹੈ, ਸਰਕਾਰ ਨੇ ਚਾਰਜਿਸ ਸਿਰਫ ਉਹਨੇ ਲੈਣਾ ਜੀ ਬਿਜਲੀ ਦਾ ਜਿਹੜੇ ਖਰਚਾ ਆ ਗਿਆ ਜਿਹਦਾ ਬਹੁਤ ਨੋਮੀਨਲ। ਔਰ ਇੰਜੀਨੀਅਰਸ ਰੱਖੇ ਆ ਮਹਾਵਾਂ ਕੋਈ ਤੁਹਾਡੇ ਤੇ ਕੋਈ ਖਰਚਾ ਨਹੀਂ, ਉਹ ਸਭ ਸਰਕਾਰ ਆਪ ਚੱਲ ਰਹੀ ਹੈ। ਤੁਸੀਂ ਹੈਰਾਨ ਹੋ ਗਏ ਕਿ ਇੰਨੀਆਂ ਚੀਜ਼ਾਂ ਇੰਨੇ ਸਸਤੇ ਰੇਟ ਕਰਕੇ ਦੇ ਰਹੇ ਆ ਔਰ ਕਿਹਦੇ ਕੁਆਲਿਟੀ ਉਹ ਲੇਟੈਸਟ ਮਸ਼ੀਨੀ ਉਹਨਾਂ ਕੋਲ ਸਾਰੀਆਂ, ਠੀਕ ਹੈ। ਮੈਨੂੰ ਇਹ ਦੱਸੋ ਵੀ ਇੱਦਾਂ ਦੀਆਂ ਆਈਟਮਾਂ ਰਾਈਟ ਉਹਨੂੰ ਮਿਲ ਜਾਣ ਫੂਡ ਨਾਲ ਰਿਲੇਟਡ ਕੰਮ ਕਰਨਾ ਪਸੰਦ ਕਰੋ। ਸਰ ਕਿਹੜਾ ਡਿਪਾਰਟਮੈਂਟ ਸਰ? ਇਨਕੂਬੇਸ਼ਨ ਸੈਂਟਰ ਪੰਜਾਬ ਮੇਰਾ ਡਿਪਾਰਟਮੈਂਟ ਉਹ ਉੱਥੋਂ ਨਹੀਂ ਹਾਂ ਇਨਕੂਬੇਸ਼ਨ ਸੈਂਟਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਤੁਸੀਂ ਸਾਰਿਆਂ ਨੇ ਵਿਜ਼ਿਟ ਕਰਨਾ ਹੈ, ਉੱਥੇ ਵਿਜ਼ਿਟ ਕਰਨਾ ਹੈ। ਜਦ ਤੱਕ ਦੇਖੋਗੇ ਨਹੀਂ ਨਾ ਸ਼ੁਰੂ ਨਹੀਂ ਹੋਵੋਗੇ ਰਾਈਟ। ਮੈਂ ਤਾਂ ਐਕਮਾ ਘੱਟਦਾ ਸੀ ਉੱਥੇ ਤਾਂ ਪੂਰਾ ਹਾਲ ਜੇ ਪੂਰਾ ਉੱਥੇ ਇੱਕ ਨਾਲ ਉਹਦੇ ਦੂਜਾ ਸੈਕਸ਼ਨ ਹੈਗਾ ਜੇ ਪਬੀ। ਇਹ ਤੁਸੀਂ YouTube ਤੇ ਜਾਇਓ PUBI ਪਬੀ, ਠੀਕ ਹੈ। ਇਹ ਪਬੀ ਕੀ ਹੈ ਜੋ ਹੁਣ ਹੋ ਰਿਹਾ ਉਹਦੇ 'ਚ ਵੀ ਕਿੰਨਾ ਸੁਧਾਰ ਹੋ ਜਾਏ, ਇੱਕ ਆਈਡੀਆ ਦੇਣਾ ਜਨਾਬ ਜੇ ਇੱਦਾਂ ਹੋ ਜਾਏ ਕਣਕ ਨੂੰ ਅਸੀਂ ਇਹਦੇ ਜਿੱਦਾਂ ਕਰ ਲਈਏ ਇੱਦਾਂ ਬੀਜ ਲਈਏ ਜਾਂ ਜਿਹੜਾ ਪ੍ਰੋਡਕਟ ਬਣ ਰਿਹਾ ਥੋੜ੍ਹਾ ਸੁਧਾਰ ਹੋ ਜਾਏ। ਉਹ ਆਈਡੀਆ ਸਿਲੈਕਟ ਹੋਣ ਦੇ ਉੱਤੇ ਤੁਹਾਨੂੰ 5 ਲੱਖ ਤੋਂ ਲੈ ਕੇ 23 ਲੱਖ ਰੁਪਏ ਨਾਲ ਤੁਹਾਡੇ ਹੱਥ ਲੱਗਦਾ। 5 ਲੱਖ ਤੋਂ ਲੈ ਕੇ 23 ਲੱਖ ਰੁਪਏ ਲੋਨ ਨਹੀਂ ਹੈ, ਆਈਡੀਆ ਦੀ ਵੈਲਿਊ ਹੈ। ਇਹ ਪੈਸੇ ਚੱਕੋ ਇਸ ਆਈਡੀਆ ਨੂੰ ਐਕਸਪਲੋਰ ਕਰੋ ਜਾਂ ਨਹੀਂ ਵੀ ਕਰਨਾ ਨਾ ਸਹੀ ਆਪਣੀ ਗੱਡੀ ਲਓ, ਠੀਕ ਹੈ। ਇਸ ਕਹਿਣ ਤੋਂ ਭਾਵ ਹੈ ਇਹ 23 ਲੱਖ ਰੁਪਏ ਤੁਹਾਡਾ ਇਨਾਮ ਹੈ। ਇਟਸ ਗੁੱਡ। ਇਹਨੂੰ ਬੋਲਦੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ। ਤੁਹਾਡਾ ਬੜਾ ਵਧੀਆ ਦਿਮਾਗ ਹੈ, ਅਸੀਂ ਤੁਹਾਡੇ ਆਈਡੀਆ ਦੀ ਸਤਿਕਾਰ ਕਰਦੇ ਹਾਂ, ਠੀਕ ਹੈ। ਆਹ ਦੋ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਸੀ ਕਿ ਨਹੀਂ? ਗਾੜੀ ਜਦੋਂ ਜਾਓਗੇ ਠੀਕ ਹੈ ਰਸਤਾ ਦੇਖੋ ਨਾ ਕਿ ਆਪਾਂ ਨੂੰ ਕਰਨਾ ਕੀ ਹੈ, ਠੀਕ ਹੈ। ਆਪਣਾ ਇੱਥੇ ਮੋਗੇ ਇੱਥੇ ਫਾਰਮ ਪ੍ਰੋਡਿਊਸ ਹੈ ਲੇਕਿਨ ਫਾਰਮਰ ਨੂੰ ਪਤਾ ਹੀ ਨਹੀਂ ਵੀ ਕੀ ਹੋ ਸਕਦਾ। ਤੁਸੀਂ ਪ੍ਰੋਡਿਊਸ ਇਹਨਾਂ ਤੋਂ ਚੱਕੋ ਕਰਾਓ ਉਹਦੇ ਤੋਂ। ਹੁਣ ਦੂਜਾ ਸਟੈਪ ਹੈ ਜੀ ਵੇਚਣਾ ਕਿੱਥੇ, ਕਿੱਦਾਂ ਵੇਚਣਾ, ਠੀਕ ਹੈ। ਜਿਹੜੀ ਚੀਜ਼ ਜਿੰਨੇ ਦੀ ਹੈਗੀ ਹੈ ਇੱਕ ਤਾਂ ਇੱਕ ਆਦਤ ਛੱਡ ਦਿਓ ਸਸਤੇ ਵੇਚਣ ਦੀ। ਸਸਤੇ ਵੇਚਣ ਦੀ ਆਦਤ ਛੱਡ ਦਿਓ ਜੀ। ਜਿਹੜਾ 60 ਰੁਪਏ ਦੁੱਧ ਫਿਰ ਤਾਂ ਤੁਸੀਂ ਗੁਜ਼ਾਰਾ ਹੀ ਕਰੀ ਜਾਓਗੇ। ਆਪਾਂ 60 ਸਾਲ ਬਾਅਦ ਹੀ ਮਿਲਾਂਗੇ ਨਾ ਆਪਾਂ ਉਹ ਕਿਹਾ ਕੀ ਹਾਲ ਹੈ ਕਹਿੰਦਾ ਹੁਣ ਉਹ ਵੀ ਬੱਚੇ ਹੀ ਢੋਦੇ ਠੀਕ ਹੈ ਨਾ। ਇਹ ਸਸਤਾ ਵੇਚਣਾ ਛੱਡ ਦਿਓ, ਕੁਆਲਿਟੀ ਵੇਚੋ, ਠੋਕੇ ਵੇਚੋ, ਵਿਕਰੀ ਹੈ, ਠੀਕ ਹੈ ਨਾ। ਇੱਕ ਨਾ ਮੈਂ ਯਾਦ ਆ ਮੈਨੂੰ ਪੁਰਾਣੇ ਸੀ ਕਿ ਰਾਜਕੁਮਾਰ ਹੀਰੋ ਨੇ ਪਹਿਲਾਂ ਤਾਂ ਜਾਨੀ ਕੀ ਹਾਲ ਹੈ ਉਹ ਵਿਹਲਾ ਬੈਠਾ ਸੀਗਾ। ਕਿਸੇ ਨੇ ਪ੍ਰੋਡਿਊਸਰ ਨੇ ਪੁੱਛਿਆ ਕਿ ਵਿਹਲਾ ਬੈਠਾ ਹੈ ਸਾਡੀ ਫਿਲਮ 'ਚ ਕੰਮ ਕਰਦਾ ਹੈ, ਪੈਸੇ ਬੜੇ ਲੈਂਦਾ ਸੀ ਉਸ ਟਾਈਮ 'ਚ। ਕੋਈ ਨਹੀਂ ਸਰ ਡਿਸਕਸ਼ਨ ਹੈ ਜਾਂ ਮਸਤੇ ਕਹਿੰਦੇ ਆਪਾਂ ਬਾਅਦ ਚ ਤੇ ਸੁਣਨਾ ਸਰ ਤੁਸੀਂ ਬੈਠੋ ਆਪਾਂ ਇੱਥੇ ਮਾਰ ਲੈਂਦੇ ਹਾਂ। ਕੋਈ ਨਹੀਂ ਬਾਅਦ 'ਚ ਕਹਿੰਦਾ ਜੀ ਤੁਸੀਂ ਥੋੜੇ ਪੈਸੇ ਘੱਟ ਲੈ ਲਓ ਕਿ ਆਪਾਂ 2 ਫਿਲਮਾਂ ਹੈਗੀਆਂ ਕਰਾ ਦੇਵੇ। ਉਹ ਕੋਈ ਜਵਾਬ ਦਿੰਦਾ ਕਹਿੰਦਾ ਜਾਨੇ सेब सड़ता सड़ता फट जाएगा आलू के भाव नहीं बिकेगा। ये बड़ा कुछ शुरू है उस तो 10-20 फिल्मां नाल ही आ गई। जे तुसीं अपनी वैल्यू करोगे ना लोग भी वैल्यू तो ही करते हैं, ठीक है। तो इस करके पहले तो जिहड़ी प्रोडक्ट रखो जो भी करो क्वालिटी रखो और क्वालिटी ठोक के रेट रखो।
ਠੀਕ ਹੈ, ਸਭ ਵਿਕਦਾ ਹੈ। ਤੁਸੀਂ ਦੇਖੋ ਵੀ ਤੁਸੀਂ ਮੋਬਾਈਲ ਲੈਣ ਜਾਂਦੇ ਹੋ, ਆ ਤੋੜ ਕੇ ਵੇਚੋ ਕਿੰਨੇ ਦਾ ਵਿਕੂਗਾ, ਇਹ 'ਚ ਕੀ ਵਿਕਦਾ? ਲੱਖ ਰੁਪਏ ਦੇ ਮੋਬਾਈਲ ਹੈ ਕੀ ਹੈ 20 ਲੱਖ ਰੁਪਏ ਦਾ ਮੋਬਾਈਲ, ਜੇ ਕਬਾੜੀਏ ਨੂੰ ਵੇਚੋ ਕਿੰਨੇ ਦਾ ਵਿਕੂ? ਉਹ ਸਮਝ ਗਏ, ਵੈਲਿਊ ਟੈਕਨੋਲੋਜੀ ਦੀ ਹੈ, ਬ੍ਰਾਂਡ ਦੀ ਹੈ, ਠੀਕ ਹੈ ਨਾ? तो वो ब्रांड थोड़े जी आ सकता। एक बार अगर सरदार आई पब बनी ये वो चीज़ असली में चीज़ें ने साड़ी वैल्यू भी असली बिक रहा है, सारा ब्रांड बिक रहा है, ठीक है। इतों है या कोई भी है, तुम देखो चाहे वो किसी भी रिलीजन के जोड़े भी है अपनी वैल्यू आप रखो, बड़ी फ्रैंकली गल। एक हो गया फूड के उत्ते, हुण आपां दूजा सीगा अपना दूजा इतों फार्मर्स तो आपां चीज़ चकी यूनीवर्सिटी तो चीज़ बनवाई, क्वालिटी बनवाई, ठीक है। ਹੁਣ ਚੀਜ਼ ਬਣਾਉਣੀ ਕਿਹੜੀ ਹੈ? ਔਰ ਸਾਡੇ ਕੋਲ ਦੋ ਇੰਸਟੀਚਿਊਟ ਹੈ, ਇੱਕ ਨਹੀਂ ਦੋ, ਇੱਕ ਤਾਂ ਹੈਗਾ ਇਹੀ ਇਨਕੂਬੇਸ਼ਨ ਸੈਂਟਰ, ਇੱਕ ਇਹਦਾ ਵੀ ਪਿਓ ਬੈਠਾ ਹੈ, ਮਤਲਬ ਪਿਓ ਨਹੀਂ ਮਾਈ ਕਹਾਂਗੇ ਕਿਉਂਕਿ ਭਾਰਤ ਮਾਤਾ ਦਾ ਸਿਫਟ ਇੰਸਟੀਚਿਊਟ, ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟਿੰਗ ਇੰਜੀਨੀਅਰਿੰਗ ਟੈਕਨੋਲੋਜੀ। ਇਹ ਕਿੱਥੇ ਹੈਗਾ ਜੀ? PIU ਤੋਂ ਬਿਲਕੁਲ ਬੈਕ ਸਾਈਡ ਤੇ ਹਮਲਾ ਰੋਡ, 60 ਏਕੜ ਜਗ੍ਹਾ ਦੇ ਵਿੱਚ। ਉਹ ਕਰਦੇ ਕੀ ਹੈ, ਲਿਸਟ ਰੱਖੀ ਉਹਨਾਂ ਨੇ, चिप्स ये वो लटरों पटरों भेड़ फूड नाल वो सारी आइटमां दसदे तो लिखिया होनी, वो इंस्टीट्यूट उस चीज़ की ट्रेनिंग दवाते, उस चीज़ की ट्रेनिंग देते, और ट्रेनिंग दे के तुम जी आइटम बनाना चाहते हो और फ्री कुछ नहीं है, 10,000 रुपये लेंगे ट्रेनिंग का भी, 3 महीने या 6 महीने जिन्हें भी है। लेकिन तीजा स्टैप की है, घट देंगे तो की प्रॉब्लम नहीं है, मतलब फूड मास्टर बना लेंगे तो। तीजा उस तो बाद की है कि लैंड बिल्डिंग मशीनरी सब्जैक्ट टू अवेलेबिलिटी जी उत्ते हैगी, तुम कहने ला लो जी इतने चलाओ बनाओ प्रोडक्ट, उस तो बाद जो प्रोडक्ट चल जाए शिफ्ट हो जाए ताकि किसी होर ने काम आए। हम इदा दी चीज़ां अगर मिलदियां हो तो अवेल करनी नहीं चाहिए, नहीं तो साढ़े को वापस आई है इनक्यूबेशन सेंटर, इतने आ जाओ जी उन्होंने को नहीं अवेलेबिलिटी, बट नॉलेज उतों ले लो, बनवाओ इतों, ठीक है। ਹੁਣ ਅਗਲਾ ਸਟੈਪ ਹੈਗਾ ਵੇਚਣ ਦਾ, ਜਿਹੜਾ ਹੈਗਾ Amazon, ਇਹਨੇ ਆਪਣੇ ਆਪ ਨੂੰ ਫੇਮਸ ਕਰ ਲਿਆ। Amazon ਦੀ ਸ਼ੁਰੂਆਤ ਕਿੱਦਾਂ ਹੋਈ ਸੀ? ਗੈਰੇਜ ਤੋਂ ਹੋਈ ਸੀ, ਗੈਰੇਜ, ਠੀਕ ਹੈ। ਇੱਕ ਗੈਰੇਜ ਤੋਂ ਅਗਰ Amazon ਐਡਾ ਵੱਡਾ ਬਣ ਸਕਦਾ, ਆਪਾਂ ਨੂੰ ਕੀ ਪ੍ਰੋਬਲਮ ਹੈ? ਨਾ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ, ਠੀਕ ਹੈ। ਮੈਂ ਅਗਲੀ ਗੱਲ ਕਰਦਾ ਪ੍ਰੈਕਟੀਕਲੀ ਤੁਹਾਨੂੰ ਦੱਸਣ ਜਾ ਰਿਹਾ, ਜਿਹੜੇ ਹੈਗਾ ਇੱਥੇ ਕ੍ਰੀਮਿਕਾ ਆਈਸਕ੍ਰੀਮ, ਕ੍ਰੀਮਿਕਾ ਬਾਰੇ ਮਸ਼ਹੂਰ ਹੈ ਨਾ ਸਾਰੇ ਪਾਸੇ, ਇਹਦਾ ਯੂਨਿਟ ਮੇਰੇ ਥਰੂ ਰਜਿਸਟਰ ਹੋਇਆ ਔਰ ਮੈਨੂੰ ਬੁਲਾਇਆ ਸੀਗਾ, ਇਹਨਾਂ ਨੇ ਫਾਰਮ ਭਰਿਆ ਸੀਗਾ PMT SSI ਰਜਿਸਟਰੇਸ਼ਨ, ਸਰਾਭਾ ਨਗਰ ਜਿੱਥੇ ਸਰਾਭਾ ਜਿਹੜਾ ਹੈ D ਬਲਾਕ ਕਾਰਪੋਰੇਸ਼ਨ ਆਫਿਸ ਦੇ ਬਿਲਕੁਲ ਸਾਹਮਣੇ ਕੋਨੇ ਵਾਲੀ ਕੋਠੀ ਸੀ, ਉਹਦੇ ਨਾਲ ਕੋਠੀ ਦੇ ਨਾਲ ਕੋਨੇ ਨਾਲ ਮੈਂ ਬਹਿ ਗਈ, ਦੇਖਿਆ ਗੈਰੇਜ ਦੇ ਵਿੱਚ ਨਾ ਆਡੀ ਉਡੀ ਮਸ਼ੀਨ ਹੈ, ਪਤਾ ਕੀ ਇਹਦਾ ਆਈਸਕ੍ਰੀਮ ਮੈਡਮ ਡਾਕਟਰ ਸੀ, ਮੈਂ ਭਰਦਾ ਬਾਕੀ ਹੁਣ ਆ ਜੋ ਗੈਰੇਜ ਤੋਂ ਪਹੁੰਚ ਕੇ ਕਿੱਥੇ ਪਹੁੰਚ ਗਿਆ। ਜੇ ਕੋਈ ਲੇਡੀ ਕੇਕ ਤੇ ਪੇਸਟਰੀਆਂ ਦੇ ਵਿੱਚ ਇੰਨੀ ਛਾ ਸਕਦੀ ਹੈ, ਉਹਨੂੰ ਵੀ ਤਾਂ ਆ ਜਾਂਦਾ, ਬੜੀ ਕੀ ਹੋਣੀ ਹੈ। ਸਿਰਫ ਆਪਾਂ ਉਸ ਚੀਜ਼ ਦੀ ਉਹ ਮਾਸਟਰੀ ਨਹੀਂ ਕਰਦੇ, ਆਪਾਂ ਆਪਣੀ ਚੀਜ਼ਾਂ ਨੂੰ ਸਸਤੀਆਂ ਵੇਚ ਦਿੰਦੇ ਹਾਂ, ਕੋਈ ਡੋਂਟ ਵੈਲਿਊ ਆਵਰ ਸਰਵਿਸ, ਠੀਕ ਹੈ। ਤਾਂ ਸਾਨੂੰ ਨਾ ਉਹ ਕੀ ਕਹਿੰਦੇ ਕੰਫਰਟ ਜ਼ੋਨ ਨਹੀਂ ਛੱਡੋ, ਜੁਗਤ ਨਹੀਂ ਲੱਗਣੀ, ਜੁਗਤ ਸਮਝ ਜੁਗਤ, ਠੀਕ ਹੈ। ਆਲਰੇਡੀ ਮੈਂ ਤੁਹਾਨੂੰ ਤੁਹਾਡੇ ਦੱਸ ਰਿਹਾ, ਇੱਥੇ ਰਾਇਲ ਇੰਡਸਟਰੀ ਵਾਲੇ ਹੈਗੇ ਸਾਡੇ ਕੋਲ, ਅਸੀਂ ਪ੍ਰੋਜੈਕਟ ਲੈ ਕੇ ਆਏ ਹਾਂ, ਮੈਨੂੰ ਉਹਨਾਂ ਨੇ ਦੱਸਿਆ ਕਹਿੰਦਾ ਇੱਥੇ ਮੋਗੇ ਦੇ ਵਿੱਚ 90 ਰੁਪਏ ਲੀਟਰ ਵੀ ਦੁੱਧ ਵਿਕ ਰਿਹਾ। ਉਹ ਕਹਿੰਦੇ ਕੋਈ ਬੰਦਾ ਮੈਨੂੰ ਨਾਲ ਹੀ ਗਿਆ ਕੀ, ਉਹ ਕਹਿੰਦੇ ਇੱਦਾਂ ਹੀ ਉਹਨਾਂ ਨੇ ਉਹ ਟੈਂਪੂ ਜਿਹਾ ਬਣਾਇਆ ਗੋਲ ਜਿਹਾ, ਉਹ ਕਹਿੰਦਾ ਉਹ ਕੋਲ ਲਾਈਨਾਂ ਲੱਗੀਆਂ ਹੁੰਦੀਆਂ, ਕਹਿੰਦਾ ਮੇਰੇ ਕੋਲ ਉਹਨਾਂ ਕੀ ਦੁੱਧ ਤੂੰ ਜ਼ਿਆਦਾ ਨਹੀਂ ਮੈਂ ਵੇਚ ਸਕਦਾ, ਇਹ ਹੈ ਹੀ ਉਹਨਾਂ ਦਾ। ਮੈਨੂੰ ਇਹ ਨਹੀਂ ਸਮਝ ਆਈ ਫਿਰ ਦੂਜਾ ਕੋਈ ਨਹੀਂ ਕਰ ਲੈਂਦਾ ਜੇ ਇੰਨੀ ਡਿਮਾਂਡ ਹੈ, ਠੀਕ ਹੈ। ਉਹ ਮੈਨੂੰ ਉਹਨੇ ਤੁਹਾਡੇ ਉਹਦੇ ਛੱਡਿਆ ਵੀ ਤੁਸੀਂ ਵੇਚੋਗੇ, ਜਿਹਦੀ ਉਹਦੀ ਕਮੀ ਤੁਸੀਂ ਚੱਕੋ, ਤੇਰੇ ਕੋਲ ਹੀ ਗਿਆ ਪਤਾ ਹੈਗੀ ਆ, ਪਰ ਉਹਨੇ ਬ੍ਰਾਂਡ ਬਣਾਇਆ ਆਪਣਾ, ਕ੍ਰੈਡੀਬਿਲਿਟੀ ਬਣਾਈ ਜਾਂਦੀ, ਠੀਕ ਹੈ। ਸੋ ਇਸ ਕਰਕੇ ਆਪਾਂ ਕਹਿੰਦੇ ਪੂਰਾ ਪੰਜਾਬ ਅਗਰ ਘੁੰਮਣਾ ਚਾਹੋ ਨਾ, ਇੱਥੋਂ ਮੋਗੇ ਤੋਂ ਵੀ 2 ਘੰਟੇ 'ਚ ਪੰਜਾਬ ਖਤਮ ਹੋਇਆ, ਤੁਸੀਂ ਨੋਟ ਕਰਿਓ ਜਿੱਥੇ ਮਰਜ਼ੀ ਜਾਣਾ, ਤੇ 2.5 ਘੰਟੇ 'ਚ ਆਪਾਂ ਪਾਕਿਸਤਾਨ ਪਹੁੰਚ ਜਾਵਾਂਗੇ, ਇੱਦਾਂ ਹੀ ਹੈ ਨਾ। ਸੋ ਇਸ ਕਰਕੇ ਮਤਲਬ ਇੱਕ ਤਾਂ ਜਿੱਥੇ ਵੀ ਤੁਹਾਡੀ ਪ੍ਰੋਡਕਟ ਦੀ ਮਾਰਕੀਟ ਹੈਗੀ ਉੱਥੇ ਐਕਸਪੋਰਟ ਹੋ। ਤੀਜਾ ਹੁਣ ਆਪਾਂ ਗੱਲ ਕਰਾਂਗੇ Amazon ਦੀ। Amazon ਨੂੰ ਹੀ ਫਾਇਦਾ ਉਠਾਓ, Amazon ਦਾ ਹੀ ਫਾਇਦਾ ਉਠਾਓ। ਉਹ ਕੀ ਕਰਦੇ ਆ ਕਿ ਤੁਹਾਡਾ ਪ੍ਰੋਡਕਟ ਉਹ ਆਪਣੇ ਲਿਸਟ ਕਰ ਦਿੰਦੇ ਉਹਦੇ ਉੱਤੇ। ਉਹ ਕੀ ਕਰਦਾ, ਇਨਵੈਸਟਮੈਂਟ ਤੁਹਾਡੀ, ਪ੍ਰੋਡਕਟ ਤੁਹਾਡਾ, ਉਹਨੇ ਆਪਣੇ ਉੱਤੇ ਚੜਾ ਦੇਣਾ। ਜਦੋਂ ਆਉਣਾ ਨਾ ਆਰਡਰ, ਉਹਨੇ ਤੁਹਾਡੇ ਪ੍ਰੋਡਕਟ ਚੱਕਣਾ, ਆਪਣਾ ਉਹਦਾ ਰੈਪਰ ਮਾਰਨਾ,
ਠੀਕ ਹੈ ਜੀ। ਤੇ ਮੇਰੇ ਕੋਲ ਪਹੁੰਚ ਗਿਆ, ਜਿਵੇਂ ਮੈਂ 200 ਪਰਚੇਜ਼ ਆ ਜਿੰਨੇ ਵੀ ਹੈਗੇ, ਤੇ ਤੁਹਾਡੇ ਪ੍ਰੋਡਕਟ ਦੇ ਉੱਤੇ ਮੇਰੇ ਪੈਸਾ ਜਦੋਂ ਮੈਂ ਦੇ ਦੇਣਾ, ਤੁਹਾਨੂੰ ਪੈਸਾ ਦੇਣਾ ਉਹਨੇ 2 ਮਹੀਨੇ ਬਾਅਦ। 2 ਮਹੀਨੇ ਦਾ ਵਿਆਜ ਵੀ ਲਊਗਾ, ਮਤਲਬ ਤੁਹਾਡੇ ਪੈਸੇ ਦੇ 2 ਮਹੀਨੇ ਦਾ ਵਿਆਜ ਉਹ ਵੀ ਵੇਚ ਕਰੇਗਾ, ਫਿਰ 23% ਕੱਟ ਕੇ ਤੁਹਾਡੇ ਹੱਥ ਫੜਾਊਗਾ, 23%। ਅੱਜ ਕੱਲ੍ਹ ਸਾਨੂੰ ਵੀ ਫਰਕ ਪੈਂਦਾ, ਤੁਸੀਂ ਪਹਿਲਾਂ ਹੀ 50% ਮਹਿੰਗਾ ਕਰਦੇ, ਤੁਸੀਂ 50% ਮਹਿੰਗਾ ਕਰੋ। ਔਰ ਵਿਕਣਾ ਕਿੱਥੇ ਹੈ? ਵਰਲਡ ਵਾਈਡ ਵਿਕਣਾ, ਆਸਟ੍ਰੇਲੀਆ, ਕੈਨੇਡਾ, ਜਿੱਥੇ ਮਰਜੀ। ਐਮਾਜ਼ੋਨ ਤਾਂ ਸਾਰੇ ਪਾਸੇ ਹੀ ਹੈ, ਤੇ ਤੁਸੀਂ ਦੇਖੋ ਤੁਹਾਨੂੰ ਕਿੱਥੋਂ ਦਾ ਚਾਹੀਦਾ। ਲੇਕਿਨ ਤੁਹਾਡੇ ਪ੍ਰੋਡਕਟ ਦੇ ਵਿੱਚ ਇੰਨੀ ਜਾਨ ਹੋਣੀ ਚਾਹੀਦੀ ਹੈ ਕਿ ਜਿਹੜਾ ਇੱਕ ਹੁੰਦੀ ਲੈ ਲੈ ਚੱਕ ਲੈ, ਦੂਜੀ ਵਾਰੀ ਡਿਮਾਂਡ ਕਰੇ, ਠੀਕ ਹੈ। ਫਿਰ ਤੁਹਾਡੀ ਵੈਬਸਾਈਟ ਵੀ ਬਣੇਗੀ, ਫਿਰ ਉਹ ਲੱਭੂਗਾ ਕਿ ਕਿਤੇ ਵੈਬਸਾਈਟ 'ਤੇ ਡਾਇਰੈਕਟ ਵੀ ਹੋ ਸਕਦਾ, ਉੱਥੇ ਵੀ ਰੇਟ ਮਤ ਤੋੜੋ, ਕਿ ਜਿਹੜਾ ਚੀਜ਼ ਐਮਾਜ਼ੋਨ ਦੇ ਇੰਨੇ ਦੀ ਵਿਕ ਰਹੀ ਹੈ ਉਹਨੂੰ ਡਾਇਰੈਕਟ ਆ ਰਿਹਾ, ਤਾਂ ਆਣ ਦਿਓ ਮਾਰਜਨ ਆਉਂਦਾ, ਮਾੜੀ ਗੱਲ ਨਹੀਂ ਹੁੰਦੀ, ਠੀਕ ਹੈ ਨਾ। ਆਪਾਂ ਹੋਰ ਐਕਸਪਲੋਰ ਹੋਵਾਂਗੇ ਆਪਣੀ ਵੈਬਸਾਈਟ ਵਿੱਚ। ਐਮਾਜ਼ੋਨ ਦੇ ਉੱਤੇ ਹੋਇਆ ਕੀ ਪਲੇਟਫਾਰਮ ਬੋਲਦੇ ਆ ਉੱਥੇ। ਤੀਜਾ ਚੀਜ਼, ਹੁਣ ਫੂਡ ਨਾਲ ਰਿਲੇਟਡ ਸਾਡੇ ਇੱਥੇ ਹੈਗੀ ਹੈ ਪੰਜਾਬ ਐਗਰੋ ਐਂਡ ਫੂਡ ਇੰਡਸਟਰੀਅਲ ਕਾਰਪੋਰੇਸ਼ਨ, ਪੰਜਾਬ ਐਗਰੋ। ਤੁਲੀ ਸਾਹਿਬ ਉਹਦੇ ਹੈਗੇ GM ਸਾਹਿਬ, ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਮੇਰਾ ਨਵਾਂ ਜਿਹੜਾ ਬੰਦਾ ਉਹ ਐਡਵਰਟਾਈਜ਼ਮੈਂਟ ਅਫੋਰਡ ਨਹੀਂ ਕਰ ਪਾਉਂਦਾ, ਵੀ ਬੈਨਰ ਲਗਾਣੇ ਹੈ, ਆਨਲਾਈਨ ਕਰਨੇ ਹੈ, ਸੋਸ਼ਲ ਮੀਡੀਆ 'ਤੇ ਜਾਣਾ, ਵੀ ਪ੍ਰੋਡਕਟ ਸੇਲ ਵੀ ਤਾਂ ਕਰਨਾ ਹੈ। ਕਹਿੰਦਾ ਮੇਰੇ ਕੋਲ ਇਕੱਠੇ ਹੋ ਕੇ ਆ ਜਾਓ, ਕਾਮਨ ਬ੍ਰਾਂਡ ਬਣਾ ਲਓ। ਜੇ ਤੁਸੀਂ ਦੁੱਧ ਤੁਹਾਡਾ ਵਧੀਆ ਹੈ, ਇਹਨਾਂ ਦਾ ਵੀ ਦੁੱਧ ਵਧੀਆ ਹੈ, ਕਿ ਆਪਾਂ ਕਾਮਨ ਬ੍ਰਾਂਡ ਤੋਂ ਵੀ ਆ ਹੀ ਸਕਦੇ ਹਾਂ। ਉਹਦੇ ਤੇ ਜਿੰਨੀ ਸੇਲ ਹੋਏਗੀ, ਜਿੰਨੀ ਐਡਵਰਟਾਈਜ਼ਮੈਂਟ ਹੋਏਗੀ, ਤਾਂ 50% ਸਬਸਿਡੀ ਹੋਵੇ ਐਡਵਰਟਾਈਜ਼ਮੈਂਟ। ਔਰ ਜਿੰਨੀ ਵੀ ਮਸ਼ੀਨਰੀ ਲੱਗਣੀ ਹੈ 10 ਲੱਖ ਤੱਕ, ਉਹਦੇ ਤੇ 35% ਸਬਸਿਡੀ ਵੀ ਲਓ। ਤੁਹਾਨੂੰ ਕਹਿੰਦੇ ਤੁਹਾਡੀ ਮਸ਼ੀਨਰੀ ਸਸਤੀ ਕਰ ਦਾਂਗੇ, ਲੇਕਿਨ ਸਸਤੀ ਦਾ ਮਤਲਬ ਕੀ ਹੁੰਦਾ? ਅਫੋਰਡੇਬਲ। ਹੁਣ ਜਦ ਤੁਹਾਡੀ ਸੇਲ ਹੋਈ ਨਹੀਂ, ਤੁਹਾਡੇ ਕੋਲ ਮਹਿੰਗੀ, ਚਾਹੇ 35% ਸਬਸਿਡੀ, ਚਾਹੇ 50% ਸਬਸਿਡੀ, ਲੇਕਿਨ ਜਦੋਂ ਤੁਹਾਨੂੰ ਦਿਖਦਾ ਪਿਆ ਵੀ ਮੇਰੀ ਤਾਂ ਸੇਲ ਤੇ ਆ ਰਿਹਾ ਭਾਈ, ਫਿਰ ਤੁਹਾਨੂੰ 35% ਦਾ ਫਿਰ ਇਨਸੈਂਟਿਵ ਲੱਗੂਗਾ। ਹੁਣ ਇਨਸੈਂਟਿਵ ਇਹਦੇ ਨਾਲ ਦਾ 35% ਇਹ ਚਲੋ, ਪਲੱਸ ਆਪਣਾ ਪ੍ਰੋਡਕਟ ਵਧਾਓ, ਠੀਕ ਹੈ। ਤਾਂ ਪਹਿਲੀ ਗੱਲ ਤਾਂ ਆਪਣੀ ਆਈਟਮ ਡਿਫਾਈਨ ਕਰੋ ਵੀ ਚਾਹੀਦਾ ਕੀ ਹੈ। ਦੂਜੀ ਚੀਜ਼, ਹੁਣ ਇਸ ਤੋਂ ਅੱਗੇ ਚਲੀਏ, ਆਪਣੇ ਕੋਲ ਜਿੰਨੇ ਕਿ ਰਿਸੋਰਸਿਸ ਆ, ਆਪਣੇ ਕੋਲ ਜਿੰਨੇ ਕਿ ਰਿਸੋਰਸਿਸ ਆਪਾਂ ਨੇ ਉਹਨੂੰ ਹੀ ਐਕਸਪਲੋਰ ਕਰਨਾ। ਮੋਗੇ ਦੇ ਵਿੱਚ ਇੰਡਸਟਰੀਅਲ ਯੂਨਿਟ ਜੇ ਮੈਂ ਤੁਹਾਨੂੰ ਕਹਾਂ ਲਾਉਣ ਲਈ, ਤੁਸੀਂ ਕਹਿੰਦੇ ਪੈਸੇ ਬੜਾ ਲੱਗਣਾ ਵੀ ਕਿੱਥੋਂ ਲਾ ਲਈਏ। ਹੁਣ ਕੋਈ ਵੀ ਯੂਨਿਟ ਕਰੋੜ 2 ਕਰੋੜ ਤੋਂ ਥੱਲੇ ਨਹੀਂ ਆਉਂਦਾ, ਕਿਉਂਕਿ ਵਰਕਿੰਗ ਕੈਪੀਟਲ ਜੇ ਮੂਲ ਪੱਤੋਂ ਪਾ ਕੇ ਜਾਂ ਉਹ 'ਚ ਅਸੀਂ ਬੜੀ ਪਰਫੈਕਸ਼ਨ ਹੋਵੇ ਸਾਡੀ, ਤਾਂ ਅਸੀਂ ਕਰਦੇ ਹਾਂ। ਆਈ ਸੇ ਦੈਨ ਡੋਂਟ ਗੋ ਫॉर ਦਿਸ ਪਰਫੈਕਟ, ਗੋ ਫॉर ਸਰਵਿਸ ਸੈਕਟਰ। ਹੁਣ ਸਰਵਿਸ ਸੈਕਟਰ 'ਚ ਕੀ ਹੈ, ਉਹਦੇ ਵਿੱਚ ਇੱਕ ਚੀਜ਼ ਨੋਟ ਕਰੋ ਕਿ ਇਹਨਾਂ ਨੇ ਇੱਕ ਉਬਰ ਗੱਡੀ ਚਲਾਈ, ਸਾਰੇ ਜਾਣਦੇ ਆਪਾਂ। ਹੁਣ ਮੈਨੂੰ ਜਵਾਬ ਤੁਸੀਂ ਦੇ ਦਿਓ ਹੋਇਆ, ਉਹਨੇ IT ਨੂੰ ਮਿਸਯੂਜ਼, ਮੈਂ ਵਰਡ ਇੱਕ ਮਿਸਯੂਜ਼ ਕਹਿਦਾ ਤੇ ਕੋਈ ਮਾੜੀ ਗੱਲ ਨਹੀਂ, ਹਸਾਨ ਨਹੀਂ ਕਰਦਾ। ਉਹਨੇ IT ਨੂੰ ਮਿਸਯੂਜ਼ ਕੀਤਾ। ਮਿਸਯੂਜ਼ ਕਿਉਂ ਕੀਤਾ ਮੈਂ ਦੱਸ। ਗੱਡੀ ਕਿਹਦੀ ਹੈ? ਤੁਹਾਡੀ। ਗੱਡੀ ਚਲਾਉਣ ਵਾਲਾ ਕੌਣ ਹੈ? ਤੁਸੀਂ। ਗੱਡੀ ਦੇ ਪੈਟਰੋਲ ਕੌਣ ਪਾਊਗਾ? ਗੱਡੀ ਦੀ ਮੇਨਟੇਨੈਂਸ ਕੌਣ ਕਰੂਗਾ? ਤੇ ਗੱਡੀ ਜਦੋਂ ਬੁੱਕ ਹੋ ਗਏ ਪੈਸੇ ਕੌਣ ਲਏਗਾ? ਤੁਹਾਡੇ ਪੈਸੇ ਉੱਧਰ ਜਾਣੇ ਆ। ਤੁਹਾਨੂੰ ਨਖਰੇ ਲੱਗਣਾ, ਓਏ ਯਾਰ 5 ਮਿੰਟ ਲੇਟ ਪਹੁੰਚਿਆ, ਇਹ ਕੀਤਾ, ਤੇਰੀ ਉਹ ਕ੍ਰੈਡਿਟ ਨਹੀਂ ਆਈ, ਠੱਪੇ ਨਹੀਂ ਲੱਗੇ, ਤੇਰੇ ਅੰਗੂਠੇ ਨਹੀਂ ਬਚੇ, ਏਦਾਂ ਹੁੰਦਾ ਨਾ। ਮੈਨੂੰ ਦੱਸੋ ਕਿ ਉਹ ਜਿਹੜਾ ਉੱਪਰ ਵਾਲਾ ਕੰਮ ਕਰਦਾ ਆ, ਆਪਾਂ ਨਹੀਂ ਕਰ ਸਕਦੇ ਸੀ? ਜਿਹੜੇ 10 ਟੈਕਸੀਆਂ ਵਾਲੇ ਹੈਗੇ ਆ, ਜਿਹੜੇ 10 ਟੈਕਸੀਆਂ ਵਾਲੇ ਆ, ਉਹ 10 ਟੈਕਸੀਆਂ ਵਾਲੇ ਇਕੱਠੇ ਜਦੋਂ ਹੋ ਗਏ ਆਪਣੀ ਉਬਰ ਪਹਿਲਾਂ ਵੀ ਚਲਾ ਸਕਦੇ ਸੀ, ਉਹ ਤੋਂ ਸਸਤੀ ਚਲਾ ਸਕਦੇ ਸੀ। ਬਟ ਸਸਤੀ ਚਲਾਣੀ ਨਹੀਂ, ਕੁਆਲਿਟੀ ਦਿਓ, ਸਸਤੀ ਨਹੀਂ ਕਰਨੀ, ਰਾਈਟ। ਕੁਆਲਿਟੀ ਐਂਡ ਸਰਵਿਸ, ਇੱਕ ਕ੍ਰੈਡੀਬਿਲਿਟੀ ਹੈ ਵੀ ਇੱਥੇ ਅਸੀਂ ਸੇਫ ਆ। ਐਡੀਸ਼ਨ ਚਲੋ ਇੱਧਰ ਕਿੰਨੇ ਮੈਨੂੰ ਉਹ ਤੁਸੀਂ ਦੂਜਾ ਚੱਲਦਾ ਜੀ ਅਰਬਨ ਗਲੈਬ, ਇਹ ਵੀ ਪਤਾ ਹੋਣਾ ਤੁਹਾਨੂੰ ਸਾਰਿਆਂ ਨੂੰ। 250 ਰੁਪਏ ਲੈਂਦੇ ਆ ਜੀ, ਬੰਦਾ ਆਉਂਦਾ ਜੀ, ਤੁਹਾਡਾ AC ਖਰਾਬ ਹੈ, ਉਹ ਰਿਪੇਅਰ ਕਰਦਾ, ਹੋਰ ਖਰਾਬ ਕਰਕੇ ਚਲੇ ਜਾਂਦਾ। ਇਹਦੀ ਹੈ ਨਾ ਅਰਬਨ ਗਲੈਬ ਦਾ ਬੰਦਾ ਆਉਂਦਾ, ਤੁਹਾਡਾ AC ਖਰਾਬ ਹੈ, ਉਹ ਹੋਰ ਖਰਾਬ ਕਰਕੇ ਜਾਂਦਾ। ਪਤਾ ਤੁਹਾਨੂੰ ਇਸ ਚੀਜ਼ ਦਾ ਕਿ ਨਹੀਂ? ਮੇਰੇ ਨਾਲ ਹੋਇਆ, ਹਿਤਾਚੀ ਨੇ AC ਲਵਾਇਆ ਸੀ, ਉਹਨੂੰ ਬੁਲਾਇਆ ਅਰਬਨ ਗਲੈਬ ਨੂੰ, ਉਹ ਠੀਕ ਹੀ ਕਰਦਾ, ਉਹ ਐਸਾ ਨੁਕਸ ਪਾ ਗਿਆ, ਉਹ ਮੇਰੇ ਵਾਸਤੇ ਪੱਕਾ ਖੜਾ ਕਰ ਗਿਆ। ਉਦੋਂ ਬਾਅਦ ਮੈਂ ਅਰਬਨ ਗਲੈਬ ਨੂੰ ਕਾਟਾ ਮਾਰਿਆ। ਹੁਣ ਮੈਂ ਸੋਚਿਆ, ਮੈਂ ਤਾਂ ਮਨਾ ਹੀ ਯਾਰ, ਜਿਹੜੇ ਬੰਦੇ ਆਪਣੇ ਕੋਲ ਇੱਥੇ ਹੈਗੇ, ਮੈਨੂੰ ਦੱਸੋ ਕਿ ਤੁਹਾਡੇ ਘਰ ਦੇ ਵਿੱਚ ਅਗਰ ਅੱਜ ਤੁਹਾਨੂੰ ਪਲੰਬਰ ਦੀ ਲੋੜ ਪੈ ਜਾਵੇ, ਪਲੰਬਰ ਆ ਜਾਂਦਾ ਫਟਾਫਟ, ਇਲੈਕਟ੍ਰੀਸ਼ੀਅਨ ਦੀ ਲੋੜ ਪੈ ਆ ਜਾਂਦਾ ਫਟਾਫਟ,
ਏਸੀ ਦੀ ਲੋੜ ਪਏ ਆਏ ਤਾਂ ਕੋਈ ਨਹੀਂ ਆਉਂਦਾ ਉਹ ਫਿਰ ਜਿਹੜਾ ਆ ਰਿਹਾ ਤੁਹਾਨੂੰ ਵਿਸ਼ਵਾਸ ਹੈ ਵੀ ਇਹ ਵਧੀਆ ਬੰਦਾ ਹੈ ਕਿ ਖਰਾਬ ਕਰੂਗਾ ਠੀਕ ਕਰੂ ਇਹਦੀ ਆ ਕੀ ਇਹ ਕ੍ਰੈਡੀਬਿਲਿਟੀ ਆਪਣੇ ਕੋਲ ਆਈਟੀਆਈ ਹੈਗਾ ਇੱਥੇ ਆਈਟੀਆਈ ਕੀ ਪੜਾਇਆ ਜਾ ਰਿਹਾ ਹੈ ਇਹ ਜੋ ਚੰਗੇ ਬੰਦੇ ਜਿਹੜੇ ਇੱਥੇ ਇੱਥੋਂ ਅਸੀਂ ਇਕੱਠੇ ਕਰੀਏ ਕੀ ਅਰਬਨ ਲੈਬ ਅਸੀਂ ਆਪਣੇ ਨਹੀਂ ਸ਼ੁਰੂ ਕਰ ਸਕਦੇ ਨਾਮ ਰੱਖੋ ਮੋਗਾ ਡਾਇਰੈਕਟ ਮੋਗਾ ਡਾਇਰੈਕਟ ਇੱਕ ਬ੍ਰਾਂਡ ਹੈ ਰਜਿਸਟਰਡ ਕਰਾਓ ਆਈਪੀਆਰ ਦੇ ਉੱਤੇ 3500 ਰੁਪਏ ਦਾ ਰਜਿਸਟਰਡ ਹੋ ਜਾਂਦਾ ਬ੍ਰਾਂਡ ਲੇਕਿਨ ਕ੍ਰੈਡੀਬਿਲਿਟੀ ਮੇਨਟੇਨ ਤੁਸੀਂ ਕਰਨੀ ਹੈ ਜੇ ਖਰਾਬ ਹੋ ਗਈ ਤਾਂ ਤੁਸੀਂ ਜ਼ਿੰਮੇਵਾਰ ਹੋ ਜੇ ਚੰਗੀ ਚੱਲ ਗਈ ਤਾਂ ਫਿਰ ਮੈਂ ਕਹਿੰਦਾ ਨੋ ਲੁਕਿੰਗ ਬੈਕ ਠੀਕ ਹੈ ਸਰਵਿਸ ਸੈਕਟਰ ਨੂੰ ਐਕਸਪਲੋਰ ਕਰਨਾ ਉਹਦੇ ਵਿੱਚ ਤੁਸੀਂ ਨੋਟ ਕਰੋਗੇ ਸਟੂਡੈਂਟਸ ਹੈ ਲੇਡੀਜ਼ ਹੈ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹ ਕਹਿੰਦੇ ਮੈਡਮ ਇਦਾਂ ਕਰੋ ਆ ਸਾਡਾ ਇੱਕ ਪਲੇਟਫਾਰਮ ਹੈ ਇੱਕ ਐਸੋਸੀਏਸ਼ਨ ਬਣਾਓ ਜਾਂ ਇਕੱਲੇ ਕਰੋ ਵੀ ਤੁਹਾਨੂੰ ਆਰਡਰ ਅਸੀਂ ਆਲਮੋਸਟ ਅਸੀਂ ਲਵਾਂਗੇ ਆਈਟਮਾਂ ਰੱਖੋ ਕਿਹੜੀ ਕਿਹੜੀ ਹੈਗੀ ਕਿਸੇ ਨੇ ਗੁਰਬਾਣੀ ਸਿੱਖਣੀ ਕਿਸੇ ਨੇ ਪੱਗ ਸਿੱਖਣੀ ਹੈ ਕਿਸੇ ਨੇ ਬੱਚਿਆਂ ਨੂੰ ਟਿਊਸ਼ਨ ਲਵਾਉਣੀ ਹੈ ਇਹ ਸਾਰੀਆਂ ਸਰਵਿਸ ਦਾ ਇੱਕ ਸਿੰਪਲ ਪਲੇਟਫਾਰਮ ਬਣ ਸਕਦਾ ਹੈ ਈ ਕਾਮਰਸ ਨੂੰ ਆਪਾਂ ਐਕਸਪਲੋਇਟ ਕਰ ਸਕਦੇ ਹਾਂ ਪੂਰੀ ਤਰ੍ਹਾਂ ਹੁਣ ਵੀ ਜਿਹੜੀ ਮੇਰੀ ਮੀਟਿੰਗ ਸੀ ਉੱਧਰ ਸਾਡੀ ਆਨਲਾਈਨ ਮੀਟਿੰਗ ਚੱਲ ਰਹੀ ਸੀ ODOP ਵਨ ਡਿਸਟ੍ਰਿਕਟ ਵਨ ਪ੍ਰੋਡਕਟ ਉਹਦੇ ਸਾਥ ਜਿੰਨੇ ਵੀ ਆਪਣੇ ਹੈਗੇ ਆ ਇੰਡੀਆ ਦੇ ਜਿੰਨੇ ਵੀ ਹਰ ਡਿਸਟ੍ਰਿਕਟ ਦੇ ਪ੍ਰੋਡਕਟ ਨੂੰ ਫਾਈਨਲ ਕਰਕੇ ਈ ਕਾਮਰਸ ਦੇ ਉੱਤੇ ਅਸੀਂ ਈ ਐਗਜ਼ੀਬਿਸ਼ਨਸ ਲਵਾਉਣ ਜਾ ਰਹੇ ਹਾਂ ਪਲੱਸ ਪ੍ਰੈਕਟੀਕਲ ਐਗਜ਼ੀਬਿਸ਼ਨਸ ਇਹ ਸਰਕਾਰ ਵੱਲੋਂ ਔਰ ਸਰਕਾਰ ਸਪੋਰਟ ਕਰਦੀ ਹੈ ਹਰ ਪਾਸੇ MSME ਠੀਕ ਹੈ ਲੇਕਿਨ ਇਹ ਸਾਨੂੰ ਦੇਖਣਾ ਵੀ ਅਸੀਂ ਕਰਨਾ ਕੀ ਹੈ ਇੱਕ ਹੁੰਦਾ ਟ੍ਰੈਡੀਸ਼ਨਲ ਕੰਮ ਜਿਵੇਂ ਕਿ ਤੁਸੀਂ ਕਰ ਰਹੇ ਹੋ ਦਿਸ ਇਜ਼ ਅ ਟ੍ਰੈਡੀਸ਼ਨਲ ਵਰਕ ਇੱਕ ਹੁੰਦਾ ਹਟ ਕੇ ਕੰਮ ਵੈਲਿਊ ਐਡੀਸ਼ਨ ਮੀਨਸ ਤੁਸੀਂ ਨੋਟ ਕਰਿਓ ਜਦੋਂ ਕੰਮ ਹਟ ਕੇ ਕਰੋਗੇ ਪੈਸੇ ਤਾਂ ਹੀ ਬਣਨੇ ਆ ਨਹੀਂ ਤਾਂ ਗੁਜ਼ਾਰੇ ਹੀ ਹੋਣਾ ਪਰ ਡਿਸਾਈਡ ਤੁਹਾਡੇ ਗੁਜ਼ਾਰੇ ਕਰਨੇ ਆ ਕਿ ਹਟ ਕੇ ਕੰਮ ਕਰਨੇ ਆ ਲਕੀਰ ਤੋਂ ਜਦ ਤੱਕ ਬਾਹਰ ਨਹੀਂ ਆਓਗੇ ਕੋਈ ਫਾਇਦਾ ਨਹੀਂ ਹੁਣ ਅੰਗਰੇਜ਼ ਸਾਡੇ ਕੋਲ ਇੱਥੇ ਕੀ ਕਰਨਾ ਹੈ ਅੱਜ ਤੋਂ 300 ਸਾਲ 400 ਸਾਲ ਪਹਿਲਾਂ ਉਹ ਕੀ ਕਰਨਾ ਸੀ ਉਹਨਾਂ ਨੇ ਦੋ ਚੀਜ਼ਾਂ ਦੇਖੀਆਂ ਇੱਕ ਤਾਂ ਦੇਖਿਆ ਵੀ ਇਹਨਾਂ ਕੋਲ ਮਸਾਲੇ ਪ੍ਰੋਡਕਟਸ ਹੈ ਇੱਕ ਉਹ ਦੇਖਿਆ ਉਹ ਮਸਾਲੇ ਦੇ ਖੁਸ਼ਬੂ ਲੈਂਦੇ ਆਏ ਜੋ ਵੀ ਇਹ ਕਿਹੜੀ ਚੀਜ਼ ਹੈ ਜਿਹੜੀ ਖਾਣੇ 'ਚ ਪਾਉਂਦੇ ਨੇ ਕਿਉਂ ਖਾਣਾ ਸਵਾਦ ਹੋ ਜਾਂਦਾ ਦੂਜਾ ਉਹਨਾਂ ਨੇ ਆ ਕੇ ਕੀ ਦੇਖਿਆ ਇੱਕ ਹੋਰ ਚੀਜ਼ ਦੇਖੀ ਉਹਨਾਂ ਨੇ ਦੇਖਿਆ ਕਿ ਕਹਿੰਦੇ ਅੰਗਰੇਜ਼ਾਂ ਦੀ ਪਾਲਿਸੀ ਦੀ ਡਿਵਾਈਡ ਐਂਡ ਰੂਲ ਐਗਜ਼ੈਕਟ ਪਾਲਿਸੀ ਨਹੀਂ ਐਗਜ਼ੈਕਟ ਮੇਰੇ ਸਾਰ ਪਾਲਿਸੀ ਸੀ ਡਿਵਾਈਡਡ ਓਵਰ ਰੂਲ ਓਵਰ ਡਿਵਾਈਡਡ ਉਹਨਾਂ ਨੇ ਦੇਖਿਆ ਕਿ ਇੱਥੇ ਵੱਡੇ ਜਿਹੇ ਆਪਸ ਵਿੱਚ ਇਕੱਠੇ ਕੋਈ ਨਹੀਂ ਜਿਹੜਾ ਪੰਜਾਬੀ ਹੈ ਉਹ ਜਿਹੜਾ ਨਾਲ ਕੀ ਹੈਗਾ ਰਾਜਸਥਾਨੀਆਂ ਨਾਲ ਰਾਜਪੂਤਾਂ ਨਾਲ ਵੀ ਲੜ ਰਹੇ ਰਾਜਪੂਤ ਮਹਾਰਾਸ਼ਟਰੀਆਂ ਨਾਲ ਵੀ ਲੜ ਰਹੇ ਮਹਾਰਾਸ਼ਟਰ ਸਾਊਥ ਇੰਡੀਆ ਨੂੰ ਭੁੱਲ ਗਏ ਤੇ ਠੀਕ ਹੈ ਇਹ ਅਸਾਮ ਵਾਲਿਆਂ ਨਾਲ ਵੀ ਲੜਦੇ ਦੇਖਿਆ ਕਦੀ ਹਿਸਟਰੀ ਸੁਣੀ ਹੈ ਆਪਸ ਰਲ ਕੇ ਕਦੀ ਲੜੇ ਹੋ ਕਿਤੇ ਫਿਰ ਉਹਨੇ ਇੱਕ ਹੋਰ ਚੀਜ਼ ਐਨਾਲਿਸਿਸ ਕੀਤਾ ਕਿ ਆਪਸ ਵਿੱਚ ਲੜਦੇ ਰਹਿੰਦੇ ਨੇ ਇਕੱਠੇ ਹੈ ਹੀ ਨਹੀਂ ਹੁਣ ਤੱਕ ਤੁਸੀਂ ਜਿੱਦਾਂ ਸੁਣਿਆ ਸੀ ਨਾ ਇਹ ਤੁਸੀਂ ਸੁਣਿਆ ਹੋਣਾ ਵੀ 35% ਸਬਸਿਡੀ 25% ਸਬਸਿਡੀ 15% ਸਬਸਿਡੀ ਕਦੀ 95% ਸਬਸਿਡੀ ਸੁਣੀ ਤੇ ਜੇ ਮੈਂ ਕਮਾ ਹੈਗੀ ਹੈ ਫਿਰ ਮੰਨੋਗੇ ਮੇਰੀ ਗੱਲ ਕੋਈ ਜੀ ਸਰਕਾਰੀ ਬੰਦੇ ਹੋ ਤਾਂ ਬੋਲ ਨਹੀਂ ਸਕਦੇ ਇਦਾਂ ਹੈ ਆ ਤੁਸੀਂ ਆਪਣੇ ਇੱਥੇ ਕੱਢੋ ਜਿਹੜਾ ਆਪਣੇ ਮੋਬਾਈਲ ਹੈ ਤੁਹਾਡੇ ਸਾਰਿਆਂ ਕੋਲ ਇਹਦੇ ਲਿਖੋ ਮੋਡੀਫਾਈਡ ਗਾਈਡਲਾਈਨਸ ਆਫ MSCCD ਇਹ ਨੈਟ ਤੇ ਹੈ ਭਾਰਤ ਸਰਕਾਰ ਦੀ ਵੈਬਸਾਈਟ ਉਹਦੇ ਨੂੰ ਕਰ ਲਾ 95% ਸਬਸਿਡੀ ਮੋਡੀਫਾਈਡ ਗਾਈਡਲਾਈਨਸ ਆਫ MSCCD ਲਿਖੋ ਜਰਾ ਕੀ ਆਉਂਦਾ ਹੁਣ ਤੁਸੀਂ ਪਤਾ ਕੀ ਆਪਣੇ ਆਪ ਕੀ ਕਹੋਗੇ ਪਹਿਲਾਂ ਇਹ ਪੜ੍ਹੀਏ ਮੋਡੀਫਾਈਡ MODEFIED ਮੋਡੀਫਾਈਡ ਦੂਜਾ ਗਾਈਡਲਾਈਨ GUIDELINESS ਗਾਈਡਲਾਈਨਸ PDF ਹੋ ਰਹੀ ਹੈ ਇਹਨਾਂ ਦੀ ਜਿਹੜੇ ਮਰਜ਼ੀ ਖੋਲੋ ਯਾਰ ਜੋ ਮਰਜ਼ੀ ਖੋਲੋ ਇਹ ਚ ਹੈਗੀ ਹੈ ਮੋਡੀਫਾਈਡ ਗਾਈਡਲਾਈਨਸ ਆਫ MSCCD PDF ਠੀਕ ਹੈ ਹਾਂ ਇਹਦੇ ਵਿੱਚ ਕੀ ਹੈਗਾ ਸਪੋਜ਼ ਕਰੋ ਇੱਕ ਡਿਸਟ੍ਰਿਕਟ ਦੇ ਵਿੱਚ ਪਰ ਇਹ ਆਰਾਮ ਨਾਲ ਪੜ੍ਹ ਲਿਓ ਤੁਸੀਂ ਨੂੰ ਸੇਵ ਕਰ ਲਓ ਆਰਾਮ ਨਾਲ ਪੜ੍ਹਦੇ ਰਹੋ ਕਿਸੇ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਤਰ੍ਹਾਂ ਦੇ 20-50-100 ਯੂਨਿਟ ਹੈਗੇ ਚਾਹੇ ਬੁਟੀਕ ਹੈਗੇ ਚਾਹੇ ਆਟੋ ਪਾਰਟਸ ਦੇ ਹੈਗੇ ਚਾਹੇ ਐਗਰੀਕਲਚਰ ਇੰਪਲੀਮੈਂਟਸ ਦੇ
ਚਾਹੇ ਅਚਾਰ ਮਰਬੇ ਦੇ ਕਿਸੇ ਚੀਜ਼ ਦੇ ਸ਼ਰਟਾਂ ਬਣਾਉਣ ਦੇ ਹੈਗੇ ਦਰਜੀ ਹੈਗੇ ਉਹਨਾਂ ਕੋਲ ਖੁਦ ਬਣਾਓ ਜੌਬ ਵਰਕ ਨਹੀਂ ਖੁਦ ਬਣਾਓ ਸ਼ਰਟਾਂ ਬਣਾ ਕੇ ਵੇਚਦੇ ਨੇ ਮਤਲਬ ਕੋਈ ਚੀਜ਼ ਲੇਡੀਜ਼ ਵਾਟ ਐਵਰ ਇਟ ਇਜ਼ ਇਸ ਤਰ੍ਹਾਂ ਦੇ ਅਲੱਗ-ਅਲੱਗ ਹੋ ਗਏ ਨੇ ਇਹਦਾ ਚੋਂ ਕੋਈ ਵੀ ਬੰਦੇ 20 ਬੰਦੇ ਉੱਠ ਕੇ ਖੜੇ ਹੋਣਗੇ ਅਸੀਂ ਨਾ ਗੁਜ਼ਾਰਾ ਕਰਦੇ ਪਏ ਆ ਵੀਰ ਵੱਡਾ ਹੁਣ ਸਾਡੇ ਕੋਲ ਨਾ ਤਾਂ ਚੱਜ ਦੀ ਮਸ਼ੀਨਰੀ ਹੈ ਨਾ ਸਾਡੇ ਕੋਲ ਸਪੈਕਟ੍ਰੋਮੀਟਰਸ ਹੈਗੇ ਨਾ ਸਾਡੇ ਕੋਲ ਕੋਈ ਲੈਬੋਰਟਰੀ ਹੈ ਨਾ ਸਾਡੇ ਕੋਲ ਕੋਈ ਸਪੋਰਟ ਹੈ ਨਹੀਂ ਕੋਈ ਸੌਫਟਵੇਅਰ ਹੈ ਨਹੀਂ ਇੱਥੋਂ ਤੱਕ ਕਿ ਤੁਸੀਂ ਅਗਰ ਕਿਸੇ ਅੱਛੇ ਬਾਹਰ ਜਾਂਦੇ ਹੋ ਫੋਰਨਰ ਮਤਲਬ ਜਾਂ ਆਪਣੇ ਇੰਡੀਆ 'ਚ ਵੀ ਇੱਥੇ ਕਰਕੇ ਖੜਾ ਕਰ ਦਿੰਦੇ ਇੱਥੇ ਖੜੇ ਹੋ ਗਏ ਉਹਨੂੰ ਸਕੈਨ ਕਰਦੇ ਉਹ ਸਕੈਨਰ ਲੱਗਾ ਹੁੰਦਾ ਪੰਜਾ ਵੱਡਾ ਜੀ ਮਸ਼ੀਨ ਜਿਹੜੀ ਤੁਹਾਡੀ ਹੈ ਤੁਹਾਡੇ ਨਾਪ ਦੇ ਅਨੁਸਾਰ ਸ਼ਰਟ ਬਣ ਕੇ ਬਾਹਰ ਦਿਸ ਇਜ਼ ਕਾਲਡ ਆਟੋ ਜਨਰੇਟਡ ਸਕੈਨਰਸ ਹੁੰਦੇ ਬੜੀ ਮਹਿੰਗੀ ਹੁੰਦੀ ਹੁਣ ਇਹੋ ਜਿਹੀਆਂ ਚੀਜ਼ਾਂ ਅਗਰ ਤੁਹਾਨੂੰ ਮਿਲ ਜਾਣ ਵੀ ਕੋਲ ਫੋਟੇ ਚੱਕ ਕੇ ਗੱਲ ਹੀ ਕੋਈ ਠੀਕ ਹੈ ਲੇਕਿਨ ਉਹ ਮਹਿੰਗੀ ਹੁੰਦੀ ਹੈ ਲੇਕਿਨ ਸਰਕਾਰ ਕਹਿੰਦੀ ਹੈ ਕਿ ਜੇ ਜੋ ਅੰਗਰੇਜ਼ਾਂ ਨੇ ਲਿਖਿਆ ਸੀ ਅਸੀਂ ਦੇਖ ਲਿਆ ਕਿ ਜੇ ਤੁਸੀਂ ਇਕੱਠੇ ਹੋ ਜਾਂਦੇ 20 ਯੂਨਿਟ ਇਕੱਠੇ ਤੇ 95% ਅਸੀਂ ਦੇਵਾਂਗੇ ਐਡਵਾਂਸ ਵਿੱਚ ਅੱਛਾ ਨੋਟ ਕਰੋ ਜਿਹੜੀ ਸਬਸਿਡੀ ਆ ਬਾਅਦ ਚੋਂ ਆਉਂਦੀ ਹੈ ਅੱਜ ਲੋਨ ਲਓ ਸਬਸਿਡੀ ਤੁਹਾਡੇ ਖਾਤੇ 'ਚ ਪੈ ਜਾਊਗੀ ਤੁਹਾਨੂੰ ਦੇਣਗੇ ਦੀ 3 ਸਾਲ ਬਾਅਦ ਆਉਂਦੀ ਹੈ ਸਬਸਿਡੀ ਪਤਾ ਤੁਹਾਨੂੰ ਇਹ ਚੀਜ਼ ਹੈ ਕਿ ਨਹੀਂ ਕਿਸੇ ਨੇ ਨਹੀਂ ਦੱਸਿਆ ਤੁਹਾਨੂੰ ਸਬਸਿਡੀ 3 ਸਾਲ ਬਾਅਦ ਆਉਂਦੀ ਹੈ ਪਹਿਲਾਂ ਤੁਹਾਡੇ ਖਾਤੇ ਜਾਂਦੀ ਹੈ ਉਹਦੀ ਅਮਾਉਂਟ ਦਾ ਵਿਆਜ ਨਹੀਂ ਲੱਗਦਾ ਤੁਹਾਨੂੰ ਉਹ ਇਸ ਕਰਕੇ ਇਹ ਨਾ ਹੋਵੇ ਵੀ ਅੱਜ ਲੋਨ ਇੱਥੋਂ ਲੈ ਲਿਆ 35% ਪੰਜਾਬੀ ਦੀ ਗੱਲ ਦੂਜਾ ਕਰ ਲਓਗੇ ਯਾਰ ਉਹ ਤਾਂ ਹੁਣ ਪੰਜਾਬੀ ਦੂਜੇ ਚੱਲਦੇ ਨਾ ਆਪਣੇ ਤੇਜ਼ ਚੱਲਦਾ ਦਿਮਾਗ ਆਪਣਾ ਠੀਕ ਹੈ ਇਹਦੇ 'ਚ ਮੈਂ ਤੁਹਾਨੂੰ ਗੱਲ ਸੁਣਾਉਂਦਾ ਕਿ ਬੰਦਾ ਗਿਆ ਇੰਗਲੈਂਡ ਗਿਆ ਉੱਥੇ ਕੀ ਹੁੰਦਾ ਸੀ ਬੂਟ ਪਾਉਣਾ ਪਾਲਿਸ਼ ਹੋ ਜਾਂਦਾ ਫਿਰ ਦੂਜਾ ਬੂਟ ਪਾਉ ਪਾਸ ਜਾਂਦਾ ਸੀ ਉਹ ਸੈੱਟ ਪਾਉ ਫਿਰ ਪਾਲਿਸ਼ ਹੋ ਕੇ ਬਾਹਰ ਆਉਂਦਾ ਸਾਡੇ ਪੰਜਾਬੀ ਗਏ ਉੱਥੇ ਉਹਨਾਂ ਬੂਟ ਪਾਇਆ ਪਾਲਿਸ਼ ਚੱਲ ਬਾਹਰ ਉਦੋਂ ਬਾਅਦ ਦੂਜੇ ਚਲੇ ਗਏ ਮਸ਼ੀਨ ਖਰਾਬ ਹੋ ਗਈ ਫਿਰ ਦੂਜੇ ਚਲੇ ਗਏ ਬੂਟ ਪਾਲਿਸ਼ ਕਰਾਂਗੇ ਉਹ ਪਿੱਛੋਂ ਅੰਗਰੇਜ਼ ਵਾਲੇ ਬੂਟ ਪਾਉਣ ਨਾਲ ਹੀ ਫਸ ਗਿਆ ਉਹਨਾਂ ਬਾਤ ਉਹਨਾਂ ਨੂੰ ਆਪਣਾ ਪੈਟਰਨ ਚੇਂਜ ਕਰਨਾ ਪੈਣਾ ਨਹੀਂ ਪਹਿਲਾਂ ਪੈਸੇ ਪਾਉਂਗਾ ਪੰਜਾਬੀ ਆ ਗਏ ਠੀਕ ਹੈ ਸੋ ਪੈਸੇ ਇਦਾਂ ਵੀ ਉਹ ਸਰਕਾਰ ਕਹਿੰਦੀ ਕਿ ਵੀ ਘੱਟੋ ਘੱਟ 3 ਸਾਲ ਚਲਾਓ ਅਸੀਂ ਤਸੱਲੀ ਕਰਾਂਗੇ ਅੱਜ ਤੁਹਾਡਾ ਮੈਡਮ ਦੱਸ ਕੇ ਗਏ ਨਾ ਵੀ ਮੱਝਾਂ ਦਾ ਲੋਨ ਲੈ ਲੈਂਦੇ ਤੇ ਚੈੱਕ ਕਰੋ ਮੱਝਾਂ ਵੀ ਲੱਗੀ ਹੈ ਕਿ ਨਹੀਂ ਕਾਰ ਤਾਂ ਨਹੀਂ ਲੱਗੀ ਕਿਤੇ ਹੁੰਦਾ ਨਾ ਤੋ ਇਸੇ ਕਰਕੇ ਇਹ ਐਮਐਸਸੀ ਸੀਡੀਪੀ ਕੀ ਹੈਗਾ ਕਿ 95% ਗਾਰੰਟੀ ਦੇ ਰਿਹਾ ਉਹ ਵੀ ਐਡਵਾਂਸ ਵਿੱਚ ਵੀ 5% ਤੁਸੀਂ ਲਾਣਾ ਉਹ ਵੀ ਰਲ ਕੇ ਔਰ ਇਹ ਗ੍ਰਾਂਟ ਕਿੰਨੀ ਹੈ ਪਤਾ ਕਿੰਨੇ ਤੱਕ ਦੀ ਗ੍ਰਾਂਟ ਹੈ ਇਹ ਥੋੜੇ ਤੋਂ ਪੁੱਛਿਆ ਚਲੋ ਕਿੰਨਾ ਕੁ ਹੋਊਗਾ ਤੁਸੀਂ ਹੁਣ ਤੱਕ ਲੋਨ ਸੁਣਿਆ 5 ਲੱਖ 10 ਲੱਖ ਇਹ ਗ੍ਰਾਂਟ ਕਿਹਦੇ ਤੇ ਮਿਲ ਕਿੰਨੀ ਗ੍ਰਾਂਟ ਕਿਤੇ ਤੁਸੀਂ ਥੋੜਾ ਜਿਹਾ ਬਾਤ ਦੱਸੋ ਆਈਡੀਆ ਕਿੰਨਾ ਕੁ ਮਿਲ 3 ਕਰੋੜ ਹੋਰ ਥੋੜਾ ਵਧੂ ਕੋਈ ਥੋੜਾ ਜਿਹਾ ਕੋਈ ਹੋਰ ਉਹਦੇ ਮੋਬਾਈਲ ਵਾਲੇ ਤੁਸੀਂ ਬੋਲੋ ਜੀ ਕਿੰਨਾ ਕੋਲ ਮਿਲੂ 10-20 ਕਰੋੜ ਹੋਊ 10-20 ਕਰੋੜ 10-20 ਕਰੋੜ ਆਹੋ ਫਿਰ ਇਹ ਤਾਂ ਹੁਣ ਹੋਰ ਇਦੋਂ ਵੱਧ ਹੀ ਹੋਊ ਘੱਟ ਤਾਂ ਕੀ ਹੁਣ 20 ਜਾਣੇ ਆ ਠੀਕ ਜਾ ਰਹੇ ਹੋ 10 ਤੇ 20-30 ਕਰੋੜ ਬਣਦੇ ਆ ਇਜ਼ ਰਾਈਟ 30 ਕਰੋੜ ਰੁਪਏ 30 ਕਰੋੜ ਦੇ ਉੱਤੇ 95% ਸਰਕਾਰ ਨੇ ਜਿਹੜਾ 5% ਤੁਸੀਂ ਲਾਓ ਵੀ ਰਲ ਕੇ ਮਤਲਬ ਤੁਸੀਂ 30 ਕਰੋੜ ਦੇ ਉੱਤੇ 5% ਉਹ ਵੀ 20 ਬੰਦੇ ਨੇ ਰਲ ਕੇ ਲਾਣੇ ਹੋਇਆ ਤੇ ਇੱਕ ਬੰਦੇ ਦਾ ਸ਼ੇਅਰ ਕਿੰਨਾ ਆਇਆ ਠੀਕ ਹੈ ਔਰ ਮਾਲਕ ਕਿੰਨੇ ਦੇ ਬਣੇ 100% ਦੇ ਔਰ ਸਾਡੀ ਕੋਈ ਇੰਟਰਫੇਰੈਂਸ ਨਹੀਂ ਅਸੀਂ ਸਿਰਫ ਤੁਹਾਡੇ ਤੇ ਵਾਚ ਕਰਾਂਗੇ ਕਿ ਤੁਸੀਂ ਜਿਸ ਪਰਪਸ ਲਈ ਲਿੱਤੇ ਆ ਉਸ ਲਈ ਯੂਜ਼ ਹੋ ਰਿਹਾ ਹੁਣ ਉਹ ਪੜਿਓ ਆਰਾਮ ਨਾਲ ਐਮਐਸ ਮੋਡੀਫਾਈਡ ਗਾਈਡਲਾਈਨਸ ਆਫ ਐਮਐਸਸੀਡੀ ਆ ਸਕੀਮ ਦੀ ਮੈਂ ਗੱਲ ਕਰ ਰਿਹਾ ਔਰ ਇਦਾਂ ਦੇ ਕਿੰਨੇ ਪ੍ਰੋਜੈਕਟ ਆ ਗਏ ਪੰਜਾਬ ਤੋਂ ਕਿੰਨੇ ਆ ਗਏ ਹੋਣੇ ਹੁਣ ਤੱਕ ਕੋਈ ਤੁੱਕਾ ਮਾਰੋ ਇਹਨੇ ਕਿੰਨੇ ਪ੍ਰੋਜੈਕਟ ਸਕੀਮ ਅੱਛੀ ਹੈ ਲੱਗਣੇ ਚਾਹੀਦੇ ਆ ਫਟਾਫਟ ਕਿੰਨੇ ਲੱਗੇ ਹੋਣੇ ਹੁਣ ਤੱਕ ਕੋਈ ਨਹੀਂ ਲੱਗਿਆ ਹੋਣਾ ਤੁੱਕਾ ਘੱਟ ਲੱਗੇ ਹੋਣੇ ਬਹੁਤ ਇਹ ਚੱਲਦੀ ਹੈ ਸਕੀਮ ਪਤਾ ਨਹੀਂ ਅਸੀਂ ਦੱਸ ਰਹੇ ਹਾਂ ਲੇਕਿਨ ਉਹ ਖਾਨਦਾਨੀ ਬਿਮਾਰੀ ਵਿੱਚੋਂ ਚੱਲਦੀ ਆ ਰਹੀ ਹੈ ਇਕੱਠੇ ਨਾ ਹੋਣ ਦੀ ਡਿਵਾਈਡਡ ਓਵਰ ਰੂਲ ਮੈਂ ਪ੍ਰਧਾਨ ਮੈਂ ਜਨਰਲ ਸੈਕਟਰੀ ਅਸੀਂ ਲੁਧਿਆਣੇ 'ਚ ਮੰਗਾਇਆ ਸੀਗਾ ਮਸ਼ੀਨ ਟੂਲ ਨੂੰ ਉਹਨਾਂ ਵਾਸਤੇ ਅਸੀਂ ਪ੍ਰੋਜੈਕਟ ਫਾਈਨਲ ਕਰਤਾ ਉਹ 20 ਕਰੋੜ ਦੀ ਸਕੀਮ ਸੀ ਲੜ ਪਏ ਆਪਾਂ ਲੜ ਪਏ ਲਿਟਰਲੀ ਮੀਟਿੰਗ ਹੋਈ ਬੋਲਾ ਇਹ ਜ਼ਿਆਦਾ ਵੱਡਾ ਪਿਆ ਜੀ ਉਹ ਸਾਨੂੰ ਪੈਸੇ ਗ੍ਰਾਂਟ ਵਾਪਸ ਕਰਨੀ ਪਈ ਆਈ ਹੋਈ ਗ੍ਰਾਂਟ ਪਿੰਡਾਂ ਦੇ ਗਲੀਆਂ ਵਾਲੇ ਪੈਸੇ ਵਾਪਸ ਕਰਾਉਣ ਦੀ ਲੜਾਈ ਗਲੀਆਂ ਨਾਲੀਆਂ ਚ ਦਿੱਕਤ ਰਹੀ ਆ ਠੀਕ ਹੈ ਨਹੀਂ ਦੇਰ ਇਜ਼ ਨੋ ਡੈਪਥ ਆਫ ਸਕੀਮ ਭਾਰਤ ਮਾਤਾ ਹੈ ਸਾਡੀ ਮਾਂ ਨਾ ਬੱਚਿਆਂ ਨੂੰ ਗਲੇ ਲਾਉਂਦੀ ਹੈ ਜੇ ਤੁਸੀਂ ਇਹ ਚੀਜ਼ਾਂ ਦੀ ਅਵੇਅਰਨੈਸ ਲੈ ਕੇ ਥੋੜਾ ਜਿਹਾ ਹਟ ਕੇ ਉੱਠੋ
ਵੀ ਵੈਲਿਊਏਸ਼ਨ ਕਰਨੀ ਹੈ। ਹੁਣ ਤੁਹਾਡੇ ਕੋਲ ਇੱਥੇ ਹੈਗਾ ਸੈਂਟਰਲ ਟੂ ਉਹ ਮੇਰੇ ਖਿਆਲ ਨਾਰਾਜ਼ ਹੋ ਕੇ ਚਲੇ ਹੋਣਗੇ ਹੁਣ ਜਿਹੜੇ ਨੌਕਰੀ ਵਾਲੇ ਕਹਿੰਦੇ ਸੀਗੇ ਠੀਕ ਹੈ। ਹੁਣ ਉਹਨਾਂ ਵਾਸਤੇ ਅਲੱਗ ਸਕੀਮ ਆਏਗੀ ਜੇ ਨੌਕਰੀ ਕਰਨੀ ਹੈ ਤੇ ਫਿਰ ਜਾਓ CTR ਜਾਓ ਡਰਨੋ ਉੱਥੇ ਹੈਗੀ ਹੈ 400 ਕਰੋੜ ਦੀ ਮਸ਼ੀਨਰੀ ਲੱਗੀ CTR ਸੈਂਟਰਲ ਟੂ ਨੂੰ 400 ਕਰੋੜ ਦੀ ਮਸ਼ੀਨਰੀ ਮਤਲਬ ਉਹ ਮਸ਼ੀਨਰੀ ਤੁਸੀਂ ਦੇਖੀ ਨਹੀਂ ਹੋਣੀ। ਹੁਣ ਉੱਥੇ ਕੋਰਸ ਕਰਾਉਂਦੇ 6 ਮਹੀਨੇ ਦਾ ਸਾਲ 2 ਸਾਲ 1.5 ਸਾਲ 2 ਸਾਲ ਉੱਥੇ ਤਾਂ ਕੀਤਾ ਬੱਚਾ ਜਿਹੜਾ ਸਟੂਡੈਂਟ ਜਿਹੜਾ ਪੜ੍ਹ ਜਾਂਦਾ ਉਹਦੀ ਸਟਾਰਟ ਹੀ 25,000 ਤੇ 1.5-2 ਲੱਖ ਆਮ ਕਮਾਉਂਦੇ ਆ ਵਿਦ 2 ਈਅਰ 3 ਈਅਰ ਸਪੈਂਚ ਕਿਉਂ ਉਹ ਜੋ ਪ੍ਰੋਫੈਸ਼ਨ ਤੁਹਾਡੇ ਭਰ ਦਿੰਦੇ ਆ ਉਹ ਤਾਂ ਬੰਦਾ ਦੇ ਡਿਮਾਂਡ ਹੁੰਦੀ ਕਿ ਉਹ ਬੰਦਾ ਗਿਆ ਕਿਤੇ ਲੱਭੋ। ਮਾਰਸ਼ਲ ਮਸ਼ੀਨ ਟੂਲ ਹੈ 4.0 ਟੈਕਨੋਲੋਜੀ ਸੁਣਿਆ ਕਿ 4.0 ਟੈਕਨੋਲੋਜੀ ਕੀ ਹੁੰਦੀ ਹੈ ਰੋਬੋਟਿਕ ਟੈਕਨੋਲੋਜੀ ਹੁੰਦੀ ਹੈ ਵੀ ਬੰਦਾ ਰੋਬੋਟ ਕੰਮ ਕਰੂਗਾ ਲੇਕਿਨ ਆਪਰੇਟ ਤੁਸੀਂ ਕਿੱਥੇ ਬੈਠ ਕੇ ਕਰ ਰਹੇ ਹੋ। ਰੋਬੋਟ ਚੱਲ ਰਿਹਾ ਦਿੱਲੀ ਉਹਦੀ ਟੈਕਨੋਲੋਜੀ ਤੁਸੀਂ ਤੋਂ ਮੌਕੇ ਤੋਂ ਕੰਟਰੋਲ ਕਰੋਗੇ ਹੁਣ ਉਹ ਟੈਕਨੋਲੋਜੀ ਜਿਹਨੂੰ ਚਲਾਉਣੀ ਆਉਂਦੀ ਹੋਏਗੀ ਠੀਕ ਕਰਨੀ ਵੀ ਉਹਦੀ ਵੈਲਿਊ ਸੋਚੋਗੇ ਨਹੀਂ ਔਰ ਐਕੂਰੇਸੀ 100% ਐਕੂਰੇਸੀ 0.001 ਮਾਈਕਰੋਨ ਤੱਕ ਐਫੀਸ਼ੀਐਂਸੀ ਆਉਂਦੀ ਹੋਣੀ ਮਤਲਬ ਇੰਨੀ ਸਟੀਕ ਹੈ ਉਹਦਾ। ਹੁਣ ਤਾਂ ਆਪਰੇਸ਼ਨ ਵੀ ਹੋਣੇ ਸ਼ੁਰੂ ਹੋ ਗਏ ਵੀ ਡਾਕਟਰ ਬੈਠਾ ਅਮਰੀਕਾ ਤੇ ਉਹ 4.0 ਟੈਕਨੋਲੋਜੀ ਆਪਰੇਸ਼ਨ ਇੱਥੇ ਇੰਡੀਆ 'ਚ ਹੋ ਰਿਹਾ ਥਰੂ ਰੋਬੋਟ ਮਤਲਬ ਟੈਕਨੋਲੋਜੀ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਮਤਲਬ ਪੈਸਾ ਤਾਂ ਹੀ ਆਣਾ। ਉਹ ਕਹਿਣ ਤੋਂ ਭਾਵ ਹੈ ਕਿ ਮੈਂ ਤੁਹਾਨੂੰ ਕੋਈ ਸਕੀਮ ਨਹੀਂ ਦੱਸਦਾ ਮੇਰੇ ਡਿਪਾਰਟਮੈਂਟ ਉੱਥੇ ਨਹੀਂ ਸਕੀਮ ਬਟ ਪਹਿਲਾਂ ਉਸ ਨੂੰ ਕਰਨਾ ਕੀ ਹੈ। ਹੁਣ ਅਸੀਂ ਕੀ ਕੀਤਾ ਇੱਥੇ ਆ ਕੇ ਜਦੋਂ ਮੇਰੀ ਮੌਕੇ ਪੋਸਟਿੰਗ ਹੋਈ ਮੈਂ 2 ਚੀਜ਼ਾਂ ਦੇਖੀਆਂ। ਇੱਕ ਤਾਂ ਇਨਕੂਬੇਸ਼ਨ ਸੈਂਟਰ ਨਹੀਂ ਸੀਗਾ ਉਹ ਗੱਲ ਕੀਤੀ ਔਰ ਹਾਈ ਐਂਡ ਦੇ ਉੱਤੇ ਕੰਸਰਨ ਡਿਪਾਰਟਮੈਂਟਸ ਦੇ ਐਗਰੀ ਉਹਦਾ ਥੋੜਾ ਐਸਪੀਰੇਸ਼ਨਲ ਡਿਸਟ੍ਰਿਕਟ ਹੈ ਜੋ ਚੀਜ਼ ਚਾਹੀਦੀ ਹੈ ਬੋਲੋ। ਅਸੀਂ ਗੱਲ ਕੀਤੀ ਉਹ ਕਹਿੰਦਾ ਸਾਡੀ ਸ਼ਰਤ ਇੱਕ ਹੋਇਆ ਕਿ ਮਸ਼ੀਨਰੀ ਅਸੀਂ ਦੇ ਦਾਂਗੇ 3.5 ਕਰੋੜ ਦੀ ਮਸ਼ੀਨ ਦੇ ਲੇਕਿਨ ਲੱਗੂਗੀ ਕਿਸੇ ਸਰਕਾਰੀ ਥਾਂ ਦੇ ਉੱਤੇ ਉਹ ਅਸੀਂ KVK ਕ੍ਰਿਸ਼ੀ ਵਿਗਿਆਨ ਕੇਂਦਰ ਸੇ ਜਗ੍ਹਾ ਦੇਖ ਲਈ ਹੈ। ਸੋ ਪਹਿਲੀ ਮੀਟਿੰਗ ਹੁਣ ਜਿਹੜੀ ਹੈ ਉਹ 'ਚ ਗੱਲ ਹੋਈ 30 ਜੂਨ ਤੋਂ ਪਹਿਲਾਂ ਵਾਲਾ ਰਿਪੋਰਟ ਚਾਹੀਦੀ ਹੈ ਉਹ ਅਸੀਂ ਸੋਮਵਾਰ ਮੀਟਿੰਗ ਅਰੇਂਜ ਕਰ ਰਹੇ ਹਾਂ ਮਤਲਬ ਸਾਰੇ ਪ੍ਰੋਜੈਕਟ ਰਿਪੋਰਟ ਦੇ ਕਿਸਾਨਾਂ ਨੂੰ ਬੁਲਾ ਕੇ ਵੀ ਆਪਣੇ ਇਹ ਚੀਜ਼ ਡਿਸੈਮੀਨੇਟ ਕਰੋ ਤੁਹਾਡੇ ਕੋਲ ਅਸੀਂ ਕਰਨ ਜਾ ਰਹੇ ਹਾਂ ਲੇਕਿਨ ਇਹ ਛੋਟੀ ਜਿਹੀ ਪ੍ਰੋਬਲਮ ਆ ਰਹੀ ਹੈ ਉਹ ਕੀ ਪ੍ਰੋਬਲਮ ਆ ਉਹ ਮੈਂ ਡਿਸਕਲੋਜ਼ ਨਹੀਂ ਕਰਦਾ ਲੇਕਿਨ ਇਹ ਡਿਮਾਂਡ ਤੁਹਾਡੇ ਕੋਲ ਹੋਣੀ ਚਾਹੀਦੀ ਕਿ KVK 'ਚ ਸਾਨੂੰ ਇਨਕੂਬੇਸ਼ਨ ਸੈਂਟਰ ਚਾਹੀਦਾ ਤੇ ਤੁਸੀਂ ਆਪਣੇ MLA ਨੂੰ ਆਪਣੇ DC ਸਾਹਿਬ ਸਾਰਿਆਂ ਨੂੰ ਕਿ ਵੀ ਵਾਂਟ ਇਨਕੂਬੇਸ਼ਨ ਸੈਂਟਰ ਉਹ PAU ਉਹਨੂੰ ਤੇ ਚਾਹੀਦਾ ਅਸੀਂ ਲੱਗੇ ਹੋਏ ਹਾਂ ਮਗਰ ਉਹ ਇਨ ਪ੍ਰਿੰਸੀਪਲ ਅਪਰੂਵਲ ਵੀ ਹੋ ਜਾਏਗੀ ਲੇਕਿਨ ਤੁਹਾਡਾ ਵੀ ਸਾਥ ਚਾਹੀਦਾ ਨਾਲ ਡਿਮਾਂਡ ਵੀ ਆਣੀ ਚਾਹੀਦੀ ਮਾਂ ਵੀ ਦੁੱਧ ਤਾਂ ਹੀ ਦਿੰਦੀ ਹੈ ਜੇ ਬੱਚਾ ਰੋਂਦਾ ਠੀਕ ਆ ਸੋ ਇੱਕ ਇਹ ਕਰਨ ਜਾ ਰਹੇ ਦੂਜਾ ਸਾਡਾ ਅਸੀਂ ਜਿਹੜਾ ਪ੍ਰੋਜੈਕਟ ਲੈ ਕੇ ਆ ਰਹੇ ਆ ਸੈਂਟਰਲ ਟੂਲ ਰੂਮ ਦਾ ਐਕਸਟੈਂਸ਼ਨ ਕਾਊਂਟਰ ਅਸੀਂ ਮੋਗੇ ਖੋਲ੍ਹਣ ਜਾ ਰਹੇ ਉਹ ਵੀ ਅਸੀਂ ITI ਦੇਖ ਰਹੇ ਹਾਂ ਕਿ ਸਾਨੂੰ ਜਗ੍ਹਾ ਚਾਹੀਦੀ ਸੀ ਜੇ ਉਹ ਸਾਰਾ ਕੁਝ ਠੀਕ ਹੋ ਜਾਂਦਾ ਈਵਨ ਜਿਹੜੇ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ DC ਸਾਹਿਬ ਨੇ ਸਪੈਸੀਫਿਕ ਵੀ ਫੋਨ ਕੀਤਾ ਪ੍ਰਮੋਦਾ ਸਾਹਿਬ ਜਿਹੜੇ ਪਹਿਲਾਂ ਇੱਥੇ DCC ਸੀ ਸਾਡੇ ਡਾਇਰੈਕਟਰ ਉਹ ਵੀ ਉਹਨਾਂ ਨੇ ਅਸੀਂ ਮੀਟਿੰਗ ਕੀਤੀ ਹੈ ਹੁਣ ਉਹਨਾਂ ਦੀ ਚਿੱਠੀ ਆ ਗਈ ਕਰੋ 27 ਤਰੀਕ ਨੂੰ ਵਿਜ਼ਿਟ ਕਰੋ ਲੋਕੇਸ਼ਨ ਫਾਈਨਲ ਕਰੋ ਤਾਂ ਕਿ ਉਹ ਜਿਹੜਾ ਅਸੀਂ ਲੁਧਿਆਣੇ ਜਾਂਦੇ ਸੀ ਸਾਨੂੰ ਇੱਥੇ ਹੀ ਟ੍ਰੇਨਿੰਗ ਹੋ ਜਾਏ ਹਾਈ ਪ੍ਰੋਸੀਜਨ ਮਸ਼ੀਨਰੀ ਦੇ ਉੱਤੇ ਉਹ ਜਦੋਂ ਸਿੱਖੋਗੇ ਉਹ ਫਾਇਦਾ ਕਿਹਦਾ ਹੋਣਾ ਥੋੜ੍ਹਾ ਹੀ ਹੋਣਾ ਮਤਲਬ ਅਸੀਂ ਆਪਣੇ ਐਂਡ ਤੇ ਲੱਗ ਰਹੇ ਇਹ ਪਹਿਲਾਂ ਕਿਸੇ ਕਿਤਾਬ ਦੀ ਸੀ ਆਪ ਲੱਭਿਆ ਇਹ ਚੀਜ਼ ਚਾਹੀਦੀ ਇੱਦਾਂ ਹੀ ਕਲਸਟਰ ਅਪਰੋਚ ਜਿਹੜੀ ਹੈਗੀ ਹੈ ਮਤਲਬ ਅਸੀਂ ਕਹਿੰਦੇ ਵੀ ਅਗਰ ਕਿਸੇ ਪਿੰਡ ਦੇ ਵਿੱਚ ਕੋਈ ਟ੍ਰੈਡੀਸ਼ਨ ਹੈਗਾ ਕੋਈ ਫੁਲਕਾਰੀ ਹੈ ਕੋਈ ਪੰਜਾਬੀ ਜੁੱਤੀ ਹੈ ਅਗਰ ਉਹ ਵੀ ਕੋਈ ਐਕਸਪਲੋਰ ਕਰਨਾ ਚਾਹਣ ਸਾਡੇ ਨਾਲ ਗੱਲ ਕਰੋ ਅਸੀਂ ਗ੍ਰਾਂਟ ਦਵਾ ਦਿੰਦੇ ਹਾਂ ਲੇਕਿਨ ਰਲ ਕੇ ਸਾਡੂ ਲਿਸਟ ਲੈ ਕੇ ਆਓ ਸਾਡੇ ਕੋਲ ਔਰ ਜਿਹੜੀ ਗੱਲ ਹੋਈ ਅਸੀਂ ਕਰੋੜਾਂ ਤੋਂ ਥੱਲੇ ਦੀ ਗੱਲ ਕਰਾਂਗੇ ਸਾਡੀ ਲੱਖਾਂ ਦੀ ਸਟਾਰਟ ਹੁੰਦੀ ਫਿਰ ਸਟਾਰਟ ਹੀ ਕਰੋੜਾਂ ਹੁੰਦਾ ਸਾਡਾ ਤਾਂ ਮਤਲਬ ਇਹ ਦੇਖੋ ਵੀ ਜਦੋਂ ਸਰਕਾਰ ਦੀਆਂ ਅਲੱਗ-ਅਲੱਗ ਸਕੀਮਾਂ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ ਆਪਣੇ ਵਾਸਤੇ ਕਰ ਰਹੇ ਹਾਂ ਲੇਕਿਨ ਸਭ ਤੋਂ ਪਹਿਲਾਂ ਵਿਜ਼ਨ ਤੁਹਾਡਾ ਹੋਣਾ ਚਾਹੀਦਾ ਤੁਹਾਨੂੰ ਚਾਹੀਦਾ ਕੀ ਹੈ ਮੈਂ ਇੱਕੋ ਗੱਲ ਕਰਾਂਗਾ ਕਿ ਆਪਣੀ ਕ੍ਰੈਡੀਬਿਲਿਟੀ ਬਣਾਓ ਹਟ ਕੇ ਸੋਚੋ ਔਰ ਸਸਤਾ ਮਤ ਵੇਚੋ ਆਪਣੀ ਮਿਹਨਤ ਨੂੰ ਸਸਤਾ ਮਤ ਵੇਚੋ ਤਾਂ ਕਿ ਇੱਥੋਂ ਜਿੰਨੇ ਕਮਾਓਗੇ ਲਾਓਗੇ ਇੱਥੇ ਹੀ ਰਹੋਗੇ ਆਪਣੇ ਘਰ-ਬਾਰ ਸਾਰਾ ਕੋਠੀਆਂ ਕਾਰਾਂ ਇੱਥੇ ਚੱਲਣਗੀਆਂ ਮੌਕੇ ਦੀ ਡਿਵੈਲਪਮੈਂਟ ਹੋਏਗੀ ਹੋਰ ਲੋਕਾਂ ਨੂੰ ਰੁਜ਼ਗਾਰ ਦਿਓਗੇ ਤੇ ਜੇ ਉਹੀ ਆਈ ਚਲਾਈ ਕਰਨੀ ਹੈ ਫਿਰ ਛੱਡੋ ਵਾਲਾ ਕੀ ਫਿਰ ਉਹ ਨੌਕਰੀ ਕਰ ਦਿੰਦੇ ਹੁਣ ਤੁਹਾਡੇ ਸਵਾਲ ਮੇਰਾ ਮਤਲਬ ਮੇਰਾ ਇੰਨਾ ਹੀ ਸੀ ਹੁਣ ਪੁੱਛੋ ਤੇ ਕੋਈ ਪੁੱਛੋ ਤੁਸੀਂ ਕਿਸ ਚੀਜ਼ ਦਾ ਸੋਚਿਆ ਜੀ ਕੰਮ ਕਰੋਗੇ ਸੋਚਿਆ ਨਹੀਂ ਪਹਿਲਾਂ ਤਾਂ ਮੈਨੂੰ ਪਤਾ ਮੈਂ ਜੋ ਬਾਤ ਕਿਹਾ ਮੇਰੀ ਅਰਾਊਂਡ ਮਾਈਂਡ ਵੀ ਆਲ ਦਾ ਆਲ ਦੇ ਕੀ ਸੋਚਿਆ ਮੈਂ ਇੱਕ ਸੁਜੈਸਟ ਕਰਾਂ ਆਪਾਂ ਆਈਡੀਆ ਸੁਜੈਸਟ ਕਰਦੇ ਹਾਂ
ਆਈਡੀਆ ਨਾਲ ਸਰ ਕੰਮ ਹੋਣਾ। ਮੈਨੂੰ ਦੱਸੋ ਕਿ ਆਪਣੇ ਮੌਕੇ ਦੇ ਵਿੱਚ